हाँ जी, सत श्री अकाल प्यारे विद्यार्थियों। प्यारे बच्चों, अज असी 9वीं जमात ਦੇ कहानी भाग ਵਿੱਚੋਂ ਕੱਲੋ कहानी बारे पढ़ांगे। तो इस कहानी ਨੂੰ लिखण वाले जो कहानीकार ਹਨ ਉਹ ਹਨ नानक सिंह। सो बेटा जी ये कहानी आ जिमें कि असी पहला एक कहानी पढ़ के हटे हाँ, वो है जन्मदिन। ਉਹਦੇ ਵਿੱਚ भी एक गरीब जुगल प्रसाद ਨਾਂ ਦੇ ਵਿਅਕਤੀ ਨਾਲ ਕਿਵੇਂ ਧੱਕਾ ਹੁੰਦਾ उस चीज़ ਨੂੰ समझाया गया। तो बेटा इस कहानी ਦੇ ਵਿੱਚ ਜਿਹੜੀ ਕੱਲੋ ਆ सफाई सेवका नहीं ਹੁੰਦੀਆਂ ਜਿਵੇਂ ਅਸੀਂ ਆਪਣੇ ਪਿੰਡਾਂ ਦੇ ਵਿੱਚ ਦੇਖਦੇ ਹਾਂ, ਮੁਹੱਲੇ ਦੀ ਸਫਾਈ ਕਰਨ ਵਾਲੀ ਜੋ ਲੇਡੀਜ਼ ਹੁੰਦੀਆਂ ਨੇ, ਅਸੀਂ ਸਿਰਫ ਉਹਨਾਂ ਨੂੰ ਨੀਵੇਂ ਮਾਪਦੰਡ ਨਾਲ ਹੀ ਮਾਪਦੇ ਹਾਂ ਕਿ ਤਾਂ ਜੀ ਸਫਾਈ ਕਰਨ ਵਾਲੀ ਆ, ਚੱਲ ਆਪਣਾ ਗੰਦ ਚੱਕ ਤੇ ਚੱਲਦੀ ਬਣ। ਸੋ ਜਿਹੜੀ ਕੱਲੂ ਆ बेटा ਉਹ ਬੰਗਾਲ ਦੀ ਪਿਛੋਕੜ, ਉਹਦਾ ਬੰਗਾਲ ਦਾ ਬੰਗਾਲੀ मतलब ਅਸੀਂ ਕਲਕੱਤੇ ਵਾਲੀ ਸਾਈਡ ਦੀ ਉਹ, ਅਤੇ ਉਹ ਮੁਹੱਲੇ ਦੀ ਸਫਾਈ ਕਰਦੀ ਆ। ਇਹ ਮਕਲੌੜਗੰਜ ਇੱਕ ਪਹਾੜੀ ਇਲਾਕੇ ਦੇ ਮੁਹੱਲੇ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਦੇ ਘਰਾਂ ਦੀ ਸਫਾਈ ਕਰਨ ਲਈ ਆਉਂਦੀ ਆ। ਅਤੇ ਜਿਹੜੇ ਲੋਕ ਆਪਣੇ ਘਰ ਦੇ ਬਾਹਰ ਜਾਂ ਮੁਹੱਲੇ ਦੇ ਵਿੱਚ ਜੋ ਵੀ ਗੰਦਗੀ ਹੁੰਦੀ ਹੈ ਉਹਨੂੰ ਸਾਫ਼ ਕਰਦੀ ਆ। ਅਤੇ ਜੋ ਲੋਕਾਂ ਨੇ ਆਪਣੇ ਮੁਹੱਲੇ ਦੇ ਗੇਟ 'ਤੇ ਨਾਲੀ 'ਤੇ ਗੰਦ ਪਾਇਆ ਹੁੰਦਾ ਅਤੇ ਇਹ ਉਹਨਾਂ ਨਾਲ ਥੋੜ੍ਹਾ ਥੋੜ੍ਹਾ ਗਾਲੀ ਗਲੋਚ ਹੋ ਜਾਂਦੀ ਆ, ਉਹਨਾਂ ਨੂੰ ਬੋਲਦੀ ਰਹਿੰਦੀ ਆ। ਅਤੇ ਮੁਹੱਲੇ ਦੀਆਂ ਔਰਤਾਂ ਅਤੇ ਕੱਲੋ ਆਪਸ ਵਿੱਚ ਲੜਾਈ ਝਗੜਾ ਕਰਦੇ ਰਹਿੰਦੇ ਨੇ। ਅਤੇ ਇਸ ਕਹਾਣੀ ਦੇ ਵਿੱਚ ਜਿਹੜਾ ਲੇਖਕ ਆ बेटा ਉਹ ਆਪਣੀ ਜ਼ਿੰਦਗੀ ਦੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਇੱਕ ਨਾਵਲ ਲਿਖਣ ਲਈ ਜਿਹਦਾ ਨਾਮ ਹੈ ਕਾਗਜ਼ਾਂ ਦੀ ਵੇੜੀ, ਉੱਥੇ ਪਹੁੰਚਦਾ। ਅਤੇ ਉਹਨੂੰ ਮੁਹੱਲੇ ਦੇ ਵਿੱਚ ਜਿਹੜੀ ਸਭ ਤੋਂ ਵੱਧ ਡਿਸਟਰਬੈਂਸ ਹੁੰਦੀ ਆ ਰੌਲੇ ਰੱਪੇ ਤੋਂ ਹੁੰਦੀ ਆ। ਜਦੋਂ ਗਾਲੀ ਗਲੋਚ, ਲੋਕਾਂ ਲੜਾਈ ਝਗੜੇ ਦੀ ਖਬਰ ਆਵਾਜ਼ ਉਹਦੇ ਕੰਨਾਂ 'ਚ ਪੈਂਦੀ ਆ ਤਾਂ ਉਹ ਸਮਝ ਲੈਂਦਾ ਲੇਖਕ, ਲੈ ਵੀ ਕੱਲੋ ਆ ਗਈ, ਹੁਣ ਇਹ ਪੂਰਾ ਦਿਨ ਜਾਂ ਘੰਟਾ 2 ਘੰਟੇ ਇਹੀ ਰੀਲ ਚੱਲਣੀ ਆ, ਰੌਲਾ ਪੈਣਾ ਕਿ ਮੈਂ ਡਿਸਟਰਬ ਹੋਊਂਗਾ, ਲਿਖਿਆ ਨਹੀਂ ਜਾਣਾ। ਸੋ ਜਿਹੜੀ ਉਹ ਕੱਲੋ ਆ ਕੌਣ ਆ, ਅਤੇ ਫਿਰ ਲੇਖਕ ਕੱਲੋ ਅਤੇ ਲੇਖਕ ਦੇ ਵਿੱਚ ਇੱਕ ਭੈਣ ਭਰਾ ਦਾ ਰਿਸ਼ਤਾ ਬਣਦਾ। ਅਤੇ ਜਿਹੜੀ ਕੱਲੋ ਆ ਵਿਚਾਰੀ ਨੂੰ ਉਹਨੂੰ ਸਿਰਫ ਇੱਕ ਸਫਾਈ ਸੇਵਕਾ ਕਹਿ ਕੇ ਮੁਹੱਲੇ ਦੇ ਲੋਕ ਦਰਕਾਰਦੇ ਨੇ, ਉਹਨੂੰ ਕੋਈ ਪਿਆਰ ਨਹੀਂ ਦਿੰਦਾ, ਉਹਨੂੰ ਕੋਈ ਰਿਸਪੈਕਟ ਨਹੀਂ ਦਿੰਦਾ। ਲੇਖਕ ਉਹਨੂੰ ਰਿਸਪੈਕਟ ਦਿੰਦਾ, ਭੈਣ ਕਹਿੰਦਾ। ਅਤੇ ਉਹਦੇ ਜਿਹੜੀ ਕੱਲੋ ਆ ਉਹਦੇ ਕਠੋਰ ਮਨ ਦੇ ਵਿੱਚ ਬਿਲਕੁਲ ਉਹ ਮੋਮ ਦੀ ਤਰ੍ਹਾਂ ਪਿਘਲ ਜਾਂਦੀ ਆ। ਅਤੇ ਜਦੋਂ ਲੇਖਕ ਇੱਕ ਦਿਨ ਬੈਠਾ ਆਪਦੀ ਕਹਾਣੀ ਰਚਨਾ ਕਰ ਰਿਹਾ ਸੀ, ਨਾਵਲ ਲਿਖ ਰਿਹਾ ਸੀ, ਅਤੇ ਬਾਹਰ ਇੰਨੀ ਤੇਜ਼ ਬਾਰਿਸ਼ ਆ ਗਈ ਅਤੇ ਕੱਲੋ ਨੂੰ ਜਦੋਂ ਦੇ ਮੁਹੱਲੇ ਦੇ ਵਿੱਚ ਸਫਾਈ ਕਰ ਰਹੀ ਸੀ, ਜਦੋਂ ਲੇਖਕ ਦੇ ਘਰ ਦੀ ਸਫਾਈ ਕਰਨ ਆਈ ਅਤੇ ਲੇਖਕ ਅੰਦਰ ਲਿਖ ਰਿਹਾ ਸੀ ਅਤੇ ਕੱਲੋ ਮੀਂਹ ਪੈਣ ਕਰਕੇ ਉਹਦੇ ਗੇਟ 'ਤੇ ਰੁਕ ਗਈ। ਅਤੇ ਕੱਲੋ ਉਹਨੇ ਦੇਖਿਆ ਕਿ ਕੀ ਕਰ ਰਿਹਾ ਬੰਦਾ, ਅਤੇ ਦੇਖਿਆ ਕਿ ਲੇਖਕ ਹੈ ਕੁਛ ਲਿਖਦਾ। ਜਦੋਂ ਉਹ ਦੇਖਦੀ ਆ ਕਿ ਬਾਹਰਲਾ ਜਿਹੜਾ ਸ਼ੋਰ ਸ਼ਰਾਬਾ ਇਹਨੂੰ ਪਰੇਸ਼ਾਨ ਕਰ ਰਿਹਾ, ਅਤੇ ਲੇਖਕ ਕੱਲੋ ਦੇ ਰੌਲੇ ਰੱਪੇ ਕਰਕੇ ਜਿਸ ਦਿਨ ਬਾਰਿਸ਼ ਆਈ ਆ ਉਸ ਦਿਨ ਆਪਦਾ ਸਮਾਨ ਪੈਕ ਕਰਕੇ ਉੱਥੋਂ ਜਾਣਾ ਚਾਹੁੰਦਾ ਸੀ ਕਿ ਚਲੋ ਚੱਲਦੇ ਹਾਂ ਇੱਥੋਂ, ਇੱਥੇ ਰੌਲਾ ਬਹੁਤ ਪੈਂਦਾ। ਅਤੇ ਉਹ ਸਮਝ ਜਾਂਦੀ ਹੈ ਕੱਲੋ ਕਿ ਮੇਰੇ ਰੌਲੇ ਕਰਕੇ ਉਹ ਜਾ ਰਿਹਾ। ਅਤੇ ਫਿਰ ਉਹ ਸਮਝਦੀ ਹੈ ਕਿ ਇਹ ਤਾਂ ਪੜ੍ਹਿਆ ਲਿਖਿਆ ਬੰਦਾ ਕੁਛ ਲਿਖਣ ਆਇਆ, ਵੀ ਰੌਲਾ ਰੱਪਾ ਨਹੀਂ ਪੈਣਾ ਚਾਹੀਦਾ। ਅਤੇ ਉਸ ਤੋਂ ਬਾਅਦ ਜਿਹੜੀ ਕੱਲੋ ਆ ਉਹਦੇ ਵਿੱਚ ਵੀ ਚੇਂਜ ਆਉਂਦੀ ਆ, ਉਹ ਲੜਨਾ ਬੰਦ ਕਰ ਦਿੰਦੀ ਆ, ਮੁਹੱਲੇ ਦੇ ਬੱਚਿਆਂ ਨੂੰ ਕਹਿੰਦੀ ਆ ਰੌਲਾ ਨਾ ਪਾਓ। ਅਤੇ ਇਹ ਸਾਰੀ ਘਟਨਾ ਕਿਵੇਂ ਘਟਦੀ ਆ, ਇਸ ਕਹਾਣੀ ਨੂੰ बेटा ਤੁਸੀਂ ਜਿਹੜੀ ਤੁਹਾਡੀ ਬੁੱਕ ਦੇ ਵਿੱਚ ਆ, ਬਹੁਤ ਸਾਰੇ ਬੱਚਿਆਂ ਨੇ ਪੜ੍ਹੀ ਵੀ ਹੋਊਗੀ, ਜਿਨ੍ਹਾਂ ਨੇ ਨਹੀਂ ਪੜ੍ਹੀ ਪੜ੍ਹਿਓ बेटा। ਇਸ ਕਹਾਣੀ ਦਾ ਜਿਹੜਾ ਸਾਰ ਆ ਇਹਦੇ ਵਿੱਚ ਅਸੀਂ ਮੇਨ ਗੱਲਾਂ ਨੇ ਇਸ ਕਹਾਣੀ ਦੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਖਰ ਦੇ ਵਿੱਚ ਕੱਲੋ ਕਿਵੇਂ ਇਹਨੂੰ ਗੁੱਡ ਬਾਏ ਕਹਿੰਦੀ ਆ, ਲੇਖਕ ਲਈ ਕਿਹੜਾ ਗਿਫਟ ਲੈ ਕੇ ਆਉਂਦੀ ਆ, ਉਹ ਸੌਗਾਤ ਕਿਹੜੀ ਭੇਟ ਕਰਦੀ ਆ, ਆਓ ਇਸ ਕਹਾਣੀ ਦੇ ਸਾਰ ਨੂੰ ਪੜ੍ਹਦੇ ਹਾਂ ਅਤੇ ਜਾਣਦੇ ਹਾਂ। ਇਹ ਹੈ ਕਹਾਣੀ। ਜਦੋਂ 1936 ਈਸਵੀ ਵਿੱਚ 36 ਵਿੱਚ ਲੇਖਕ ਨੇ ਕਾਗਜ਼ਾਂ ਦੀ ਜਾਂ ਅਸੀਂ ਕਾਗਜ਼ਾਂ ਦੀ ਬੇੜੀ ਨਾਵਲ ਲਿਖਣ ਲਈ ਪੈਸੇ ਦੀ ਤੰਗੀ ਕਾਰਨ ਧਰਮਸ਼ਾਲਾ ਵਿੱਚ ਮੈਕਲੌਡਗੰਜ ਦੇ ਕਿਸੇ ਹੋਟਲ ਦੀ ਥਾਂ ਇੱਕ ਗੁੰਮਨਾਮ ਮੁਹੱਲੇ ਵਿੱਚ ਡੇਰਾ ਲਾਇਆ। ਹੁਣ ਪਹਿਲਾਂ ਲੇਖਕ ਆਪਣੇ ਜੋ ਨਾਵਲ ਲਿਖਣ ਲਈ ਮੈਕਲੌਡਗੰਜ ਪਹਾੜੀ ਇਲਾਕੇ ਦੇ ਵਿੱਚ ਧਰਮਸ਼ਾਲਾ, ਜਿਵੇਂ ਅਸੀਂ ਕੁੱਲੂ ਮਨਾਲੀ ਇਸ ਸਾਈਡ ਜਾਂਦੇ ਹਾਂ, ਉੱਧਰ ਆ बेटा ਇਹ ਜਾ ਕੇ ਇਲਾਕਾ, ਅਤੇ ਉੱਥੇ ਜਾਂਦਾ ਹੁੰਦਾ ਸੀ। ਹੁਣ ਲੇਖਕ ਕੋਲ ਪੈਸੇ ਦੀ ਘਾਟ ਸੀ ਅਤੇ ਲੇਖਕ ਨੇ ਸੋਚਿਆ ਕਿ ਯਾਰ ਹੋਟਲ 'ਚ ਤਾਂ ਹੁਣ ਇੰਨੇ ਪੈਸੇ ਦੇ ਕੇ ਮੈਂ ਇਹ ਇੰਨੇ ਦਿਨ ਰੁਕ ਨਹੀਂ ਸਕਦਾ, ਚਲੋ ਕਿਸੇ ਦੋਸਤ ਦੇ ਘਰ ਵਿੱਚ
ਕਿਰਾਏ 'ਤੇ ਜਾਂ ਉਹਨੂੰ ਕੋਈ ਹੈਲਪ ਲੈ ਲੈਂਦੇ ਹਾਂ ਵੀ ਜੇ ਕਿਸੇ ਦਾ ਮਕਾਨ ਵਿਹਲਾ ਮੈਂ ਉੱਥੇ ਜਾ ਕੇ ਆਪਦਾ ਨਾਵਲ ਲਿਖ ਲੂੰ। ਅਤੇ ਇਸੇ ਤਰ੍ਹਾਂ ਉਹਦੇ ਇੱਕ ਦੋਸਤ ਦਾ ਮਕਾਨ ਉਹਨੂੰ ਮਿਲ ਜਾਂਦਾ ਲੇਖਕ ਨੂੰ, ਕਿ ਲੇਖਕ ਆਪਣਾ ਜੋ ਉਹਨੇ ਲਿਖਣ ਵਾਲਾ ਕੰਮ ਆ ਕਰਨ ਲਈ ਉਹ ਉੱਥੇ ਪਹੁੰਚ ਜਾਂਦਾ। ਹੁਣ ਇਹ ਇੱਕ ਗੁੰਮਨਾਮ ਮੁਹੱਲੇ ਵਿੱਚ ਜਾ ਕੇ ਰਹਿਣਾ ਸ਼ੁਰੂ ਕਰ ਦਿੰਦਾ ਤਾਂ ਉੱਥੋਂ ਦੀ ਇੱਕ ਕੱਲੋ ਨਾਂ ਦੀ ਬੇਪਰਵਾਹ ਅਤੇ ਢੀਠ ਸਫਾਈ ਸੇਵਕਾਂ ਨੇ ਉਸ ਨੂੰ ਬਹੁਤ ਪਰੇਸ਼ਾਨ ਕੀਤਾ। ਹੁਣ ਜਿਹੜੀ ਕੱਲੋ ਸੀ ਬੇਟਾ, ਜਦੋਂ ਲੋਕਾਂ ਦੇ ਘਰਾਂ ਦਾ ਨਾ ਉਹ ਕੂੜਾ ਸਾਫ਼ ਕਰਦੀ ਤਾਂ ਮੁਹੱਲੇ ਵਾਲਿਆਂ ਨੇ ਕੋਈ ਕਿਸੇ ਨੇ ਕੂੜਾ ਨਾਲੀ 'ਚ ਸੁੱਟਤਾ, ਕਿਸੇ ਨੇ ਗੇਟ 'ਚ ਪਿਆ, ਮਤਲਬ ਸਫਾਈ ਕਰਦੀ ਨਾ ਉਹ ਗਾਲਾਂ ਕੱਢਦੀ ਸੀ ਕਿਵੇਂ ਗੰਦ ਪਾਉਂਦੇ ਨੇ ਮੁਹੱਲੇ ਵਾਲੇ। ਅਤੇ ਜਦੋਂ ਮੁਹੱਲੇ ਵਾਲਿਆਂ ਨੂੰ ਗਾਲਾਂ ਕੱਢਦੀ ਤਾਂ ਮੁਹੱਲੇ ਵਾਲੇ ਉਹਨੂੰ ਗਾਲਾਂ ਕੱਢਣ ਲੱਗ ਜਾਂਦੇ। ਅਤੇ ਜਦੋਂ ਉਹਦੇ ਕੰਨ 'ਚ ਆਵਾਜ਼ ਪੈਂਦੀ ਵੀ ਰੌਲਾ ਸ਼ੁਰੂ ਹੋ ਗਿਆ ਤਾਂ ਸਮਝ ਲੈਂਦਾ ਸੀ ਵੀ ਕੱਲੋ ਆ ਗਈ। ਹੁਣ ਇਹ ਲੱਗਦਾ ਵੀ ਸਾਰੀ ਗਲੀ ਦੀ ਇਹ ਸਫਾਈ ਕਰੂ ਅਤੇ ਸਾਰੇ ਗਲੀ ਵਾਲਿਆਂ ਨਾਲ ਇਹ ਕੱਲੋ ਆ ਜਿਹੜੀ ਲੜ ਕੇ ਜਾਊਗੀ। ਅਤੇ ਇਸ ਗੱਲ ਨੇ ਉਹਨੂੰ ਬਹੁਤ ਪਰੇਸ਼ਾਨ ਕਰਿਆ ਸੀ ਕਿ ਜਦੋਂ ਮੈਂ ਲਿਖਣ ਲੱਗਦਾ ਇਹ ਜਿਹੜੀ ਕੱਲੋ ਉਹਦੀ ਰੌਲਾ ਪਾਉਣ ਲੱਗ ਜਾਂਦੀ ਆ ਕੇ, ਜੋ ਹਰ ਇੱਕ ਨਾਲ ਆਡਾ ਲਾਈ ਰੱਖਦੀ ਸੀ। ਕਿਹੜੀ ਗੱਲ ਨੇ ਉਹਨੂੰ ਪਰੇਸ਼ਾਨ ਕੀਤਾ? ਆਡਾ ਲਾਉਣ ਦਾ ਭਾਵ ਹੁੰਦਾ ਬੇਟਾ ਲੜਾਈ ਝਗੜਾ ਕਰਨਾ। ਉਹ ਹਰ ਇੱਕ ਨਾਲ ਲੜਦੀ ਸੀ ਮੁਹੱਲੇ 'ਚ ਅਤੇ ਹਰ ਵੇਲੇ ਸੜੀ ਭੁੱਜੀ ਰਹਿੰਦੀ ਸੀ। ਜਦੋਂ ਉਹਨੂੰ ਕੋਈ ਬੁਲਾਉਂਦਾ ਹਰੇਕ ਦੇ ਮਗਰ ਪੈ ਜਾਂਦੀ। ਰੁੱਖਾ ਸੁਭਾਅ ਸੀ ਕੱਲੋ ਦਾ। ਸੁਭਾਅ ਕਿਉਂ ਸੀ ਬੇਟਾ ਰੁੱਖਾ? ਕਿਉਂਕਿ ਮੁਹੱਲੇ ਵਾਲੇ ਸਿਰਫ ਉਹਨੂੰ ਸਫਾਈ ਸੇਵਕਾ ਹੀ ਸਮਝਦੇ ਸੀ ਵੀ ਆ ਗਈ ਗੰਦ ਇਕੱਠਾ ਕਰ ਜਾ ਭੱਜਾ। ਉਹਨੂੰ ਇਨਸਾਨੀਅਤ ਵਾਲੀ ਨਜ਼ਰੀਏ ਨਾਲ ਦੇਖਦੇ ਨਹੀਂ ਸੀ ਮੁਹੱਲੇ ਦੇ ਲੋਕ। ਉਸ ਦੇ ਰੌਲੇ ਰੱਪੇ ਦੇ ਕਾਰਨ ਉਸ ਨੇ ਉਸ ਥਾਂ ਨੂੰ ਬਦਲ ਲੈਣ ਦਾ ਫੈਸਲਾ ਕੀਤਾ। ਜਿਵੇਂ ਮੈਂ ਹੁਣ ਤੁਹਾਨੂੰ ਦੱਸਿਆ ਬੇਟਾ, ਉਹ ਇਸ ਗੱਲ ਤੋਂ ਇੰਨਾ ਖਿੱਝ ਚੁੱਕਿਆ ਸੀ ਲੇਖਕ ਕਿ ਜੋ ਉਹਦਾ ਲਿਖਣ ਦਾ ਕੰਮ ਸੀਗਾ ਉਹ ਇੰਨਾ ਡਿਸਟਰਬ ਹੋਣ ਲੱਗ ਗਿਆ। ਉਹਨੇ ਸੋਚਿਆ ਕਿ ਯਾਰ ਇਹ ਮੁਹੱਲੇ 'ਚੋਂ ਵਗ ਜਾਂਦਾ ਮੈਂ, ਵੀ ਇੱਥੇ ਤਾਂ ਜਦੋਂ ਦੇਖੋ ਇੱਦਾਂ ਹੀ ਰੌਲਾ ਰੱਪਾ ਹੋਇਆ ਰਹਿੰਦਾ, ਲੜਾਈ ਝਗੜਾ ਹੁੰਦਾ। ਪਰ ਅਗਲੇ ਦਿਨ ਜ਼ੋਰਦਾਰ ਬਾਰਿਸ਼ ਹੋਣ ਕਰਕੇ ਉਹ ਉੱਥੇ ਹੀ ਬੈਠਾ ਨਾਵਲ ਲਿਖਦਾ ਰਿਹਾ। ਅਤੇ ਫਿਰ ਅਗਲੇ ਦਿਨ ਬੇਟਾ ਜਿੱਦਾਂ ਉਹਨੇ ਜਾਣਾ ਸੀ ਨਾ, ਬਾਰਿਸ਼ ਆ ਗਈ ਅਤੇ ਉਹ ਬੈਠਾ ਚਲੋ ਆਪਣਾ ਨਾਵਲ ਸ਼ੁਰੂ ਕੀਤਾ ਹੋਇਆ ਸੀ ਉਹ ਲਿਖ ਰਿਹਾ। ਹੁਣ ਇੱਥੇ ਸਾਰ ਦੇ ਵਿੱਚ ਬੇਟਾ ਬਹੁਤ ਗੱਲਾਂ ਨੂੰ ਥੋੜ੍ਹਾ ਜਿਹਾ ਕੱਟਿਆ ਜਾਂਦਾ। ਅਤੇ ਫਿਰ ਜਿਹੜੀ ਕੱਲੋ ਆ ਉਹਦੇ ਘਰ ਦੀ ਸਫਾਈ ਕਰਨ ਲੱਗਦੀ ਹੈ। ਜਦੋਂ ਬਾਰਿਸ਼ ਹੋਣ ਕਰਕੇ ਨਾ ਕੱਲੋ ਉੱਥੇ ਰੁਕ ਜਾਂਦੀ ਹੈ ਲੇਖਕ ਦੇ ਘਰ, ਅਤੇ ਉਹ ਪਹਿਲਾਂ ਬੂਹੇ ਦੇ ਬਾਹਰ ਖੜ੍ਹੀ ਰਹਿੰਦੀ ਆ। ਅਤੇ ਲੇਖਕ ਕਹਿੰਦਾ ਭਾਈ ਬਾਹਰ ਤਾਂ ਬਾਰਿਸ਼ ਹੋ ਰਹੀ ਹੈ, ਤੂੰ ਅੰਦਰ ਲੰਘਿਆ। ਉਹ ਕੱਪੜੇ ਭਿੱਜੇ ਹੋਏ ਸੀ। ਉਹ ਲੇਖਕ ਦੇ ਗੇਟ ਦੇ ਲਾਗੇ ਅੰਦਰ ਐਂਟਰ ਹੋ ਕੇ ਉੱਥੇ ਰੁਕ ਜਾਂਦੀ ਹੈ। ਉਹ ਦੇਖਦੀ ਹੈ ਕਿ ਇਹ ਕੀ ਕਰ ਰਿਹਾ। ਉਹਨੂੰ ਪੁੱਛਦੀ ਵੀ ਹੈ ਕਿ ਕੀ ਕਰ ਰਹੇ ਹੋ? ਉਹ ਕਹਿੰਦਾ ਮੈਂ ਕੁਛ ਲਿਖ ਰਿਹਾ। ਉਹ ਪੁੱਛਦੀ ਹੈ ਤੁਸੀਂ ਕੌਣ ਹੋ? ਕਹਿੰਦਾ ਮੈਂ ਲੇਖਕ ਹਾਂ, ਵੀ ਮੈਂ ਉਰੇ ਕੋਈ ਨਾਵਲ ਲਿਖਣ ਲਈ ਆਇਆ ਸੀ। ਅਤੇ ਕਹਿੰਦਾ ਇੱਥੇ ਮੁਹੱਲੇ 'ਚ ਬਹੁਤ ਸ਼ੋਰ ਸ਼ਰਾਬਾ ਹੁੰਦਾ, ਇਸ ਕਰਕੇ ਮੈਂ ਅੱਜ ਜਾਣਾ ਸੀ, ਮੈਂ ਕੱਲ੍ਹ ਨੂੰ ਚਲਾ ਜਾਊਂਗਾ ਇੱਥੋਂ। ਅਤੇ ਉਹ ਕਹਿੰਦੀ ਵੀ ਨਹੀਂ, ਕੱਲ੍ਹ ਨੂੰ ਇੱਦਾਂ ਰੌਲਾ ਨਹੀਂ ਪਊਗਾ ਇੱਥੇ। ਹੁਣ ਉਹ ਸਾਰੀ ਕੰਡੀਸ਼ਨ ਹੈ ਬੇਟਾ, ਇਹ ਕਹਾਣੀ ਨੂੰ ਜਦੋਂ ਪੜ੍ਹੋਗੇ ਤੁਸੀਂ ਸਮਝੋਗੇ। ਅਤੇ ਫਿਰ ਉਹ ਸਮਝ ਜਾਂਦੀ ਹੈ ਕਿ ਮੈਂ ਰੌਲਾ ਪਾਉਣੀ ਹੈ ਤਾਂ ਜਾ ਰਿਹਾ ਲੇਖਕ। ਉਹਨੂੰ ਪਤਾ ਲੱਗ ਜਾਂਦਾ ਕਿ ਇਹ ਬੰਦਾ ਐਡੀ ਦੂਰੋਂ ਕੁਛ ਚੰਗਾ ਕਰਨ ਆਇਆ, ਲਿਖਣ ਪੜ੍ਹਨ ਦਾ ਕੰਮ ਕਰਨ ਆਇਆ, ਪਰ ਮੁਹੱਲੇ ਦੇ ਰੌਲੇ ਰੱਪੇ ਕਰਕੇ, ਮੇਰੇ ਰੌਲੇ ਕਰਕੇ, ਮੇਰੀ ਲੜਾਈ ਕਰਕੇ ਉਹ ਜਾ ਰਿਹਾ। ਪਰ ਅਗਲੇ ਦਿਨ ਜ਼ੋਰਦਾਰ ਬਾਰਿਸ਼ ਹੋਣ ਕਰਕੇ ਉਹ ਉੱਥੇ ਬੈਠਾ ਹੀ ਨਾਵਲ ਲਿਖਦਾ ਰਿਹਾ। ਜਦੋਂ ਦੁਪਹਿਰ ਦੇ ਸਮੇਂ ਉਹ ਬੈਠਾ ਅੰਬ ਚੂਪ ਰਿਹਾ ਸੀ ਤਾਂ ਕੱਲੋ ਅਚਾਨਕ ਇੱਕਦਮ ਆ ਧਮਕੀ। ਹੁਣ ਇੱਕ ਦਿਨ ਇਹ ਉਸ ਤੋਂ ਬਾਅਦ ਦੀ ਗੱਲ ਆ, ਜਿੱਦਾਂ ਤੁਹਾਨੂੰ ਕਿਹਾ ਸੀ ਉਹ ਨਾਵਲ ਲਿਖਦਾ ਰਿਹਾ, ਅਤੇ ਉਸ ਤੋਂ ਬਾਅਦ ਇੱਕ ਘਟਨਾ ਘਟਦੀ ਆ। ਜਦੋਂ ਦੁਪਹਿਰ ਦੇ ਸਮੇਂ ਉਹ ਬੈਠਾ ਅੰਬ ਚੂਪ ਰਿਹਾ ਸੀ ਤਾਂ ਕੱਲੋ ਅਚਾਨਕ ਇੱਕਦਮ ਆ ਧਮਕੀ ਅਤੇ ਉਸ ਨੂੰ ਬੂਹਿਓਂ ਬਾਹਰ ਗਿਟਕਾਂ ਦੇ ਸਿੱਲੜ ਸੁੱਟਣ ਕਾਰਨ ਬੁਰਾ ਭਲਾ ਬੋਲਣ ਲੱਗੀ। ਹੁਣ ਲੇਖਕ ਤਾਂ ਅੰਬ ਚੂਪ ਰਿਹਾ ਬੈਠਾ, ਗਿਟਕਾਂ ਬਾਹਰ ਸੁੱਟ ਰਿਹਾ, ਅਤੇ ਕੱਲੋ ਵਿਚਾਰੀ ਸਫਾਈ ਸੇਵਕਾ, ਉਹਨੂੰ ਮੁਹੱਲੇ ਦੀ ਗਲੀ ਦੀ ਸਫਾਈ ਦਾ ਖਿਆਲ ਰਹਿੰਦਾ, ਅਤੇ ਉਹ ਉਹਨੂੰ ਲੇਖਕ ਨੂੰ ਕਹਿਣ ਲੱਗ ਪਈ। ਪਰ ਲੇਖਕ ਨੇ ਉਸ ਨੂੰ ਜਦੋਂ ਦੇਖਿਆ ਕਿ ਇਹ ਤਾਂ ਭਾਈ ਹੁਣ ਮੈਨੂੰ ਇੱਕਦਮ ਕਹਿਣ ਲੱਗ ਗਈ ਵੀ ਤੂੰ ਕਿਉਂ ਬਾਹਰ ਸੁੱਟਣਾ ਗਿਟਕਾਂ, ਬੁਰਾ ਭਲਾ ਕਹਿਣ ਲੱਗੀ, ਜਿਵੇਂ ਲੜਦੀ ਸੀ ਦੂਸਰੇ ਮੁਹੱਲੇ ਵਾਲੇ ਲੋਕਾਂ ਨਾਲ। ਪਰ ਲੇਖਕ ਨੇ ਉਸ ਨੂੰ ਬਹਿਨ, ਹਿੰਦੀ ਦਾ ਸ਼ਬਦ ਬਹਿਨ, ਭੈਣ ਕਹਿ ਕੇ ਆਪਣੀ ਗਲਤੀ ਮੰਨ ਲਈ। ਕਹਿੰਦੇ ਭੈਣੇ ਕੋਈ ਗੱਲ ਨਹੀਂ, ਮੇਰੇ ਤੋਂ ਗਲਤੀ ਹੋ ਗਈ, ਅਤੇ ਆਪ ਹੀ ਸਫਾਈ ਕਰਨ ਲੱਗ ਪਿਆ। ਅਤੇ ਜਿਹੜੀ ਉਹਨੇ ਸਿੱਲਣਾ ਬਾਹਰ ਸੁੱਟੀਆਂ ਦੀ ਉਹ ਵਿਚਾਰਾ ਆਪ ਹੀ ਉਹਨਾਂ ਨੂੰ ਚੱਕਣ ਲੱਗ ਪਿਆ ਉੱਥੋਂ ਜਾ ਕੇ। ਹੁਣ ਜਿਹੜੀ ਇਹ ਘਟਨਾ ਇੱਥੇ ਇਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਬਦਲਾਅ ਆਉਂਦਾ ਕਹਾਣੀ ਦੇ ਵਿੱਚ। ਜਿਹੜੀ ਉਹਦੀ ਨੇਚਰ ਆ ਕੱਲੋ ਦੀ ਇੱਥੇ ਬਦਲ ਜਾਂਦੀ ਆ ਜਦੋਂ ਉਹਨੂੰ ਕਹਿੰਦਾ ਵੀ ਭੈਣੇ ਕੋਈ ਨਹੀਂ, ਮੇਰੇ ਤੋਂ ਗਲਤੀ ਹੋ ਗਈ। ਹੁਣ ਗਲਤੀ ਕਿਵੇਂ ਉਹ ਮਹਿਸੂਸ ਕਰਦਾ ਕਿ ਮੈਂ ਜੋ ਅੰਬ ਖਾ ਕੇ ਸਿੱਲਣਾ ਬਾਹਰ ਸੁੱਟ ਰਿਹਾ, ਇਹ ਵੀ ਇਨਸਾਨ ਆ ਜਿਹਨੇ ਸਫਾਈ ਕਰਨੀ ਆ,
ਤੇ ਜੇ ਮੈਨੂੰ ਇਹ ਸਿਰ ਨਾ ਸੁੱਟਣ ਤੋਂ ਰੋਕ ਰਹੀ ਹੈ ਤਾਂ ਇਹ ਚੰਗਾ ਹੀ ਕਰ ਰਹੀ ਆ। ਤੇ ਉਹ ਮੰਨ ਗਿਆ ਇਸ ਗੱਲ ਨੂੰ ਕਿ ਹਾਂ ਇਹ ਮੇਰੀ ਗਲਤੀ ਆ, ਤੇ ਆਪ ਬੇਟਾ ਉਹ ਜੋ ਉਹਨੇ ਸਿੱਟਿਆ ਸੀਗਾ ਸਮਾਨ ਉਹਨੂੰ ਚੁੱਕਣ ਲੱਗ ਪਿਆ। ਤੇ ਪਰ ਲੇਖਕ ਨੂੰ ਜਦੋਂ ਇਹ ਅਹਿਸਾਸ ਹੋ ਜਾਂਦਾ ਕਿ ਬਾਕੀ ਭਾਈ ਇਹ ਆਪਾਂ ਨੂੰ ਫਰਜ਼ ਸਮਝਣਾ ਚਾਹੀਦਾ, ਗੰਦ ਨਹੀਂ ਪਾਉਣਾ ਚਾਹੀਦਾ। ਹੁਣ ਮੁਹੱਲੇ ਵਾਲੇ ਸਾਰਾ ਕੁਛ ਗਲੀ 'ਚ ਸੁੱਟਦੇ ਸੀ ਤਾਂ ਇਸ ਕਰਕੇ ਲੜਦੇ ਸੀ, ਉਹ ਕੱਲੋ ਸੀ ਜਿਹੜੀ, ਇਸ ਕਰਕੇ ਉਹਨਾਂ ਨਾਲ ਲੜਾਈ ਹੁੰਦੀ ਸੀ। ਤੇ ਲੇਖਕ ਨੇ ਉਹ ਤੋਂ ਗਲਤੀ ਮੰਨੀ ਤੇ ਆਪ ਸਫਾਈ ਕਰਨ ਲੱਗ ਪਿਆ। ਕੱਲੋ ਨੇ ਲੇਖਕ ਨੂੰ ਸਫਾਈ ਕਰਨ ਤੋਂ ਹਟਾ ਕੇ ਸਾਰਾ ਕੰਮ ਆਪ ਕਰ ਦਿੱਤਾ। ਜਦੋਂ ਕੱਲੋ ਨੂੰ ਲੱਗਿਆ ਕਿ ਇਹਨੇ ਮੈਨੂੰ ਭੈਣ ਕਿਹਾ, ਉਹਨੂੰ ਕੋਈ ਕਹਿੰਦਾ ਨਹੀਂ ਸੀ ਨਾ ਭੈਣ, ਉਹਨੂੰ ਸਿਰਫ ਸਫਾਈ ਸੇਵਕਾ ਹੀ ਸਮਝਿਆ ਜਾਂਦਾ ਸੀ। ਦੂਸਰੇ ਦਿਨ ਕੱਲੋ ਨੇ ਮੁਹੱਲੇ ਵਿੱਚ ਆ ਕੇ ਸਭ ਤੋਂ ਪਹਿਲਾਂ ਉਸ ਦੇ ਬੂਹੇ ਅੱਗੇ ਸਫਾਈ ਕੀਤੀ ਅਤੇ ਨਾਲੀ ਦਾ ਗੰਦ ਵੀ ਕੱਢ ਦਿੱਤਾ, ਕਿਉਂਕਿ ਉਹਨੇ ਸਤਿਕਾਰ ਦਿੱਤਾ ਸੀ ਨਾ ਉਹਨੂੰ, ਕੱਲੋ ਨੂੰ ਭੈਣ ਕਿਹਾ ਸੀ। ਕੱਲੋ ਨੇ ਲੇਖਕ ਨੂੰ ਦਾਦਾ ਕਹਿ ਕੇ ਘਰ ਦੇ ਅੰਦਰ ਕੂੜਾ ਬਾਹਰ ਸੁੱਟਣ ਬਾਰੇ ਪੁੱਛਿਆ। ਹੁਣ ਜਿਹੜਾ ਦਾਦਾ ਬੇਟਾ ਬੰਗਾਲੀ ਭਾਸ਼ਾ ਦੇ ਵਿੱਚ ਤੁਸੀਂ ਦੇਖਿਆ ਹੋਊਗਾ, ਜਿਹੜਾ ਸੌਰਵ ਗਾਂਗੁਲੀ ਹੈ ਕ੍ਰਿਕਟਰ, ਤੇ ਉਹਨੂੰ ਨਾ ਜਿਹੜੇ ਦੂਸਰੇ ਪਲੇਅਰ ਹੁੰਦੇ ਨੇ ਬੋਲਦੇ ਨੇ ਵੈਲ ਡਨ ਦਾਦਾ, ਵੈਲ ਡਨ। ਹੁਣ ਜਿਹੜਾ ਦਾਦਾ ਸ਼ਬਦ ਆ ਬੇਟਾ ਬੰਗਾਲ ਦੇ ਵਿੱਚ ਵੱਡੇ ਭਰਾ ਨੂੰ ਕਿਹਾ ਜਾਂਦਾ। ਹੁਣ ਉਹ ਜਿਵੇਂ ਆ ਕੇ ਕਹਿ ਕੇ ਵੱਡੇ ਵੀਰ ਕੋਈ ਅੰਦਰ ਕੂੜਾ ਕਾੜਾ ਪਿਆ ਤਾਂ ਬਾਹਰ ਸੁੱਟ ਦਿਓ, ਇਹ ਪੁੱਛਿਆ। ਹੁਣ ਲੇਖਕ ਨੂੰ ਨਹੀਂ ਸੀ, ਉਹਨੇ ਲਿਖ ਨੂੰ ਪਤਾ ਨਹੀਂ ਦਾਦਾ ਕਹਿ ਰਹੀ ਆ, ਬਾਅਦ 'ਚ ਪਤਾ ਲੱਗਦਾ ਲੇਖਕ ਨੂੰ। ਇੱਕ ਵਾਰ ਉਸ ਨੂੰ ਆਪਣੇ ਲਈ ਵਰਤਿਆ ਦਾਦਾ ਸ਼ਬਦ ਅਜੀਬ ਲੱਗਾ। ਲੇਖਕ ਨੂੰ ਲੱਗੇ ਕਿ ਮੈਨੂੰ ਦਾਦਾ ਕਾਹਤੋਂ ਕਿਹਾ, ਕਿਉਂਕਿ ਲੇਖਕ ਨੇ ਪਹਿਲਾਂ ਉਹਨੂੰ ਬਹਿਨਾ ਕਿਹਾ ਸੀ ਨਾ, ਭੈਣ ਕਿਹਾ ਸੀ, ਅਤੇ ਇਹਨੂੰ ਲੱਗਿਆ ਕਿ ਮੈਨੂੰ ਇਹਨੇ ਭੈਣ ਕਿਹਾ ਕਿ ਕਿਉਂ ਨਾ ਮੈਂ ਇਹਨੂੰ ਵੀਰ ਕਹਾਂ। ਜਦੋਂ ਲੇਖਕ ਵੱਲੋਂ ਮਜ਼ਦੂਰੀ ਵਜੋਂ, ਹੁਣ ਦੇਖੋ ਜਦੋਂ ਉਹਨੇ ਸਫਾਈ ਵਗੈਰਾ ਕੀਤੀ ਉਹਦੇ ਮਤਲਬ ਘਰ ਦੇ ਬਾਹਰ ਗੇਟ ਦੇ ਬਾਹਰ ਨਾਲੀ ਨੂਲੀ ਕੱਢਤੀ, ਹੁਣ ਦਾਦਾ ਸ਼ਬਦ ਉਹਨੂੰ ਅਜੀਬ ਲੱਗਾ। ਜਦੋਂ ਲੇਖਕ ਵੱਲੋਂ ਮਜ਼ਦੂਰੀ ਵਜੋਂ ਉਸ ਵੱਲ ਸੁੱਟੇ 2 ਆਨੇ ਨਾ ਚੁੱਕੇ। ਹੁਣ ਲੇਖਕ ਨੇ ਵੀ ਦੇਖੋ ਕੈਸਾ ਵਰਤਾਰਾ ਕਰਿਆ, ਉਹਨੇ 2 ਆਨੇ ਉਹਦੇ ਵੱਲ ਸੁੱਟਤੇ। ਪਹਿਲਾਂ 1 ਆਨਾ ਸੁੱਟਿਆ, ਉਹਨੇ ਚੁੱਕਿਆ ਨਹੀਂ, ਮੂੰਹ ਪਰਾਂ ਘੁਮਾ ਲਿਆ। ਉਹ ਕਹਿੰਦਾ ਹੋਰ ਇੰਨੇ ਕੁ ਕੰਮ ਦੀ ਤੂੰ ਕੀ ਕੀਮਤ ਚਾਹੁੰਦੀ ਆ, ਉਹਨੇ 1 ਆਨਾ ਹੋਰ ਸੁੱਟਤਾ, ਮਤਲਬ 2 ਆਨੇ ਸੁੱਟਤੇ ਉਹਦੇ ਵੱਲ, ਕੱਲੋ ਵੱਲ, ਕਿਉਂਕਿ ਉਹ ਵੀ ਉਹਨੂੰ ਨੌਕਰਾਣੀ ਹੀ ਸਮਝਦਾ, ਮਤਲਬ ਗੰਦੀਆਂ ਨਾਲੀਆਂ ਕੱਢਣ ਵਾਲੀ ਹੀ ਸਮਝਦਾ ਕਿਤੇ ਨਾ ਕਿਤੇ, ਅਤੇ ਉਹ ਉਹਨੂੰ ਚੁੱਕਦੀ ਨਹੀਂ। ਅਤੇ ਉਹਨੂੰ ਲੱਗਦਾ ਕਿ ਕਿੱਡੀ ਮਤਲਬ ਲਾਲਚਣਾ ਵਾਲੇ ਹੋਰ ਪੈਸੇ ਮੰਗਦੀ ਆ। ਲੇਖਕ ਦੇ ਮਨ 'ਚ ਇੱਥੇ ਗਲਤ ਵਰਤਾਰਾ ਉਹਦੇ ਮਨ 'ਚ ਚੱਲਦਾ। ਇਹ ਬੇਟਾ ਕਹਾਣੀ 'ਚ ਲਿਖਿਆ, ਬਟ ਸਾਰ 'ਚ ਆਪਾਂ ਇਹ ਚੀਜ਼ ਨੂੰ ਥੋੜ੍ਹਾ ਬਰੀਫਲੀ ਲੈ ਕੇ ਜਾਂਦੇ ਹਾਂ। ਲੇਖਕ ਨੇ ਇੱਕ ਵਾਰ ਤਾਂ ਉਸ ਨੂੰ ਲਾਲਚੀ ਸਮਝਿਆ, ਪਰ ਜਲਦੀ ਹੀ ਉਸ ਨੂੰ ਆਪਣੀ ਸਮਝ 'ਤੇ ਪਛਤਾਵਾ ਹੋਇਆ ਕਿ ਨਹੀਂ ਯਾਰ ਮੈਂ ਤਾਂ ਗਲਤ ਸੋਚ ਰਿਹਾ, ਉਹਦੇ ਗੱਲ ਪੈਸੇ ਸੁੱਟ ਕੇ ਵੀ ਹੋ ਸਕਦਾ ਇਹਨੇ ਮੈਨੂੰ ਭਰਾ ਕਿਹਾ ਵੀ ਇਸ ਕਰਕੇ ਨਹੀਂ ਪੈਸੇ ਚੁੱਕ ਰਹੀ ਵੀ ਮੇਰਾ ਭਰਾ ਮੇਰੇ ਤੋਂ ਪੈਸੇ ਨਹੀਂ ਲੈਣੇ। ਫਿਰ ਲੇਖਕ ਛੇਤੀ ਹੀ ਸਮਝ ਗਿਆ ਅਤੇ ਉਹਨੂੰ ਪਛਤਾਵਾ ਹੋਇਆ ਅਤੇ ਉਹ ਉਸ ਨਾਲ ਗੱਲਾਂ ਕਰਕੇ ਜਾਣ ਗਿਆ ਕਿ ਉਹ ਬੰਗਾਲਣ ਹੈ। ਜਦੋਂ ਉਹਨੇ 1-2 ਗੱਲਾਂ ਕੀਤੀਆਂ ਜਾਂ ਉਹਦੇ ਨਾਲ ਗੱਲਾਂ ਬਾਤਾਂ ਹੋਈਆਂ ਤਾਂ ਲੇਖਕ ਜਾਣ ਗਿਆ ਕਿ ਉਹ ਬੰਗਾਲਣ ਹੈ। ਬੰਗਾਲਣ ਤੋਂ ਭਾਵ ਕੀ ਹੈ, ਲੇਖਕ ਨੂੰ ਪਤਾ ਲੱਗ ਗਿਆ ਕਿ ਬੰਗਾਲੀ ਭਾਸ਼ਾ ਦੇ ਵਿੱਚ ਦਾਦੇ ਤੋਂ ਭਾਵ ਹੁੰਦਾ ਵੱਡਾ ਭਰਾ। ਇਸ ਲਈ ਉਸਨੇ ਲੇਖਕ ਨੂੰ ਦਾਦਾ ਭਾਵ ਵੱਡਾ ਭਰਾ ਕਿਹਾ, ਅਤੇ ਉਹ ਲੇਖਕ ਦੇ ਮਨ 'ਤੇ ਬੜਾ ਇਹ ਪ੍ਰਭਾਵਿਤ ਹੋਈ ਗੱਲ ਕਿ ਇਹਦਾ ਮੈਨੂੰ ਵੱਡਾ ਵੀਰ ਕਿਹਾ ਅਤੇ ਮੈਂ ਇਹਦੇ ਅੱਗੇ ਪੈਸੇ ਸੁੱਟ ਕੇ ਇਹਦੀ ਹੱਦ ਕਰ ਰਿਹਾ। ਹੁਣ ਲੇਖਕ ਸਮਝ ਗਿਆ ਕਿ ਉਹ ਪਿਆਰ ਦੀ ਭੁੱਖੀ ਆਤਮਾ ਹੈ ਜੋ ਲੇਖਕ ਦੇ ਭੈਣ ਕਹਿਣ 'ਤੇ ਪਸਿੱਜ ਗਈ। ਕਹਿੰਦਾ ਇਹ ਵਿਚਾਰੀ ਪਿਆਰ ਦੀ ਭੁੱਖੀ ਆ, ਮੈਂ ਪੈਸੇ ਦੀ ਭੁੱਖੀ ਔਰਤ ਨਹੀਂ ਹੈ ਕੱਲੋ। ਅਤੇ ਕਹਿੰਦਾ ਮੈਂ ਇਹਨੂੰ ਭੈਣ ਕਿਹਾ ਇੱਕ ਵਾਰ, ਇਹ ਇੰਨੇ ਕੁ 'ਚ ਹੀ ਕਿੰਨੀ ਪਸਿੱਜ ਗਈ ਅਤੇ ਕਿਤੇ ਮੁਹੱਲੇ ਦੀ ਸਫਾਈ ਕਰਦੀ ਕਰਦੀ ਹੌਲੀ ਹੌਲੀ ਮੇਰੇ ਬੂਹੇ 'ਤੇ ਆਉਂਦੀ ਅਤੇ ਅੱਜ ਸਿੱਧੀ ਮੇਰੇ ਬੂਹੇ 'ਤੇ ਆ ਕੇ ਨਾਲੀ ਕੱਢੀ ਆ, ਗੰਦਗੀ ਚੱਕੀ ਆ, ਮੈਨੂੰ ਪੁੱਛ ਰਹੀ ਆ ਕਿ ਭਰਾ ਕੋਈ ਹੋਰ ਕੂੜਾ ਕਰਕਟ ਅੰਦਰ ਪਿਆ ਤਾਂ ਬਾਹਰ ਸੁੱਟ ਦੇ। ਇੱਕ ਭੈਣ ਕਹਿਣ ਨਾਲ ਹੀ ਬੇਟਾ ਉਹਦੇ ਮਨ 'ਤੇ ਇੰਨਾ ਵਧੀਆ ਅਸਰ ਹੋਇਆ ਕੱਲੋ ਦੇ ਕਿ ਏਡੀ ਉਹ ਲੜਾਕੋ ਸੀ, ਇੱਕਦਮ ਉਹਦੀ ਨੇਚਰ ਹੈ ਜਿਹੜੀ ਉਹ ਚੇਂਜ ਹੋ ਜਾਂਦੀ ਆ। ਅਤੇ ਫਿਰ ਦੇਖੋ ਲੇਖਕ ਜਦੋਂ ਕਿ ਸਾਰਾ ਮੁਹੱਲਾ ਉਸ ਨੂੰ ਬੁਰਾ ਭਲਾ ਬੋਲਦਾ ਸੀ, ਹੁਣ ਭੈਣ ਕਹਿਣ 'ਤੇ ਉਹ 'ਚ ਐਡੀ ਵੱਡੀ ਚੇਂਜ ਆ ਗਈ, ਇੱਕ ਬੰਦੇ ਦੇ ਸਤਿਕਾਰ ਦੇਣ ਨਾਲ ਉਹਦੀ ਨੇਚਰ ਬਦਲ ਗਈ। ਸਾਰਾ ਮੁਹੱਲਾ ਉਸ ਨੂੰ ਬੁਰਾ ਭਲਾ ਬੋਲਦਾ ਸੀ। ਇਸ ਸਮੇਂ ਕੱਲੋ ਨੂੰ ਪਤਾ ਲੱਗਾ ਕਿ ਉਹ ਇੱਕ ਲੇਖਕ ਹੈ ਅਤੇ ਉੱਥੋਂ ਦੇ ਰੌਲੇ ਕਾਰਨ ਉਹ ਉੱਥੋਂ ਚਲਾ ਜਾਣਾ ਚਾਹੁੰਦਾ ਹੈ। ਇਸ ਤੋਂ ਪਿੱਛੋਂ ਕੱਲੋ ਨੇ ਨਾ ਕੇਵਲ ਲੋਕਾਂ ਨਾਲ ਲੜਨਾ ਝਗੜਨਾ ਬੰਦ ਕਰ ਦਿੱਤਾ, ਸਗੋਂ ਉਹ ਬੱਚਿਆਂ ਨੂੰ ਵੀ ਪਿਆਰ ਨਾਲ ਰੌਲਾ ਪਾਉਣ ਤੋਂ ਰੋਕਣ ਲੱਗ ਪਈ।
ਲੇਖਕ ਉਹਨੂੰ ਪਤਾ ਲੱਗ ਗਿਆ ਸੀ ਨਾ, ਉੱਪਰ ਮੈਂ ਤੁਹਾਨੂੰ ਦੱਸਿਆ ਜਿਸ ਦਿਨ ਮੀਂਹ ਪੈਂਦਾ ਸੀ ਉਹਦੇ ਪਤਾ ਲੱਗ ਗਿਆ ਸੀ ਕੱਲੋ ਨੂੰ ਵੀ ਇਹ ਲੇਖਕ ਆ। ਅਤੇ ਉਸ ਤੋਂ ਬਾਅਦ ਨਾ ਉਹ ਮੁਹੱਲੇ ਦੇ ਲੋਕਾਂ ਨਾਲ ਲੜਨਾ ਵੀ ਕੱਲੋ ਨੇ ਬੰਦ ਕਰ ਦਿੱਤਾ, ਅਤੇ ਉਹ ਬੱਚਿਆਂ ਨੂੰ ਵੀ ਪਿਆਰ ਨਾਲ ਕਹਿੰਦੀ ਰਹਿੰਦੀ, ਓਏ ਬੱਚਿਓ ਰੌਲਾ ਨਾ ਪਾਓ। ਉਹਨੂੰ ਪਤਾ ਹੁੰਦਾ ਕਿ ਲੇਖਕ ਅੰਦਰ ਬੈਠਾ ਕਹਾਣੀ ਲਿਖ ਰਿਹਾ ਜਾਂ ਆਪਣਾ ਕੋਈ ਕੰਮ ਕਰ ਰਿਹਾ, ਜਿਸ ਕਰਕੇ ਉਹਨੂੰ ਲੱਗਿਆ ਕਿ ਮੈਨੂੰ ਰੌਲਾ ਰੱਪਾ ਬੰਦ ਕਰ ਦੇਣਾ ਚਾਹੀਦਾ। ਫਿਰ ਕੀ ਹੁੰਦਾ, ਜਿਸ ਕਰਕੇ ਲੇਖਕ ਨੂੰ ਰਹਿਣ ਵਾਲੀ ਜਗ੍ਹਾ ਬਦਲਣ ਦੀ ਲੋੜ ਨਾ ਪਈ। ਹੁਣ ਲੇਖਕ ਨੂੰ ਲੱਗਿਆ ਕਿ ਬੜਾ ਸ਼ਾਂਤ ਮਾਹੌਲ ਹੋ ਗਿਆ, ਕੱਲੋ ਦੀ ਨੇਚਰ ਵੀ ਬਦਲ ਗਈ ਅਤੇ ਹੁਣ ਰੌਲਾ ਰੱਪਾ ਵੀ ਨਹੀਂ, ਅਤੇ ਲੇਖਕ ਨੇ ਉਹ ਥਾਂ ਨਹੀਂ ਬਦਲੀ। ਨਾਵਲ ਦਾ ਕੰਮ ਪੂਰਾ ਹੋਣ ਮਗਰੋਂ ਜਦੋਂ ਲੇਖਕ ਨੇ ਆਪਣਾ ਨਾਵਲ ਲਿਖ ਲਿਆ, ਇਹ ਹਰ ਰੋਜ਼ ਹੀ ਇੱਦਾਂ ਵਾਪਰਦਾ, ਕੱਲੋ ਆਉਂਦੀ ਹੈ, ਸਫਾਈ ਕਰਦੀ ਹੈ, ਚਲੀ ਜਾਂਦੀ ਹੈ। ਨਾਵਲ ਦਾ ਕੰਮ ਪੂਰਾ ਹੋਣ ਮਗਰੋਂ ਲੇਖਕ ਨੇ ਕੱਲੋ ਨੂੰ ਆਪਣੇ ਵਾਪਸ ਜਾਣ ਬਾਰੇ ਦੱਸਿਆ ਅਤੇ ਕਹਿੰਦਾ, ਭਾਈ ਕੱਲੋ ਚੰਗਾ, ਮੈਂ ਹੁਣ ਚੱਲਦਾ, ਮੇਰਾ ਜਿਹੜਾ ਮੈਂ ਕੰਮ ਕਰਨ ਆਇਆ ਸੀ ਉਹ ਪੂਰਾ ਹੋ ਗਿਆ। ਕੱਲ੍ਹ ਨੂੰ ਜਿਵੇਂ ਆਪਾਂ ਕਹਿੰਦੇ ਅੱਡੇ ਤੋਂ ਵੀ ਜਿਵੇਂ ਮੇਰੇ ਭਾਈ 10 ਵਜੇ ਵਾਲੀ ਬੱਸ ਆ ਜਿਹੜੀ ਉਹ ਜਾਊਂਗਾ, ਮੈਂ ਵਾਪਸ ਜਾਣਾ ਮੇਰੇ ਪਿੰਡ ਦੱਸਿਆ। ਅਤੇ ਅਗਲੇ ਦਿਨ ਜਦੋਂ ਉਹ ਕੱਲੋ ਨੂੰ ਮਿਲਣ ਦੀ ਉਡੀਕ ਕਰਦਾ ਬੱਸ ਵਿੱਚ ਜਾ ਬੈਠਾ। ਹੁਣ ਦੇਖਦਾ, ਉਹ ਕਹਿੰਦੀ ਕੋਈ ਨਹੀਂ ਵੀਰੇ, ਮੈਂ ਕੱਲ੍ਹ ਆਊਂਗੀ, ਜਦੋਂ ਤੂੰ ਜਾਏਂਗਾ ਨਾ ਮੈਂ ਬੱਸ ਅੱਡੇ 'ਤੇ ਮਿਲੂੰਗੀ ਤੈਨੂੰ, ਮੈਨੂੰ ਮਿਲ ਕੇ ਜਾਈਂ। ਅਤੇ ਲੇਖਕ ਸੋਚਦਾ, ਚਲੋ ਵਿਚਾਰੀ ਇੰਨੇ ਦਿਨ ਮੇਰੇ ਘਰ ਦੀ ਸਫਾਈ ਕਰਦੀ ਰਹੀ, ਹੁਣ ਮੇਰੀ ਬੱਸ ਦਾ ਸਮਾਂ ਹੋ ਗਿਆ। ਬੜੀਆਂ ਟਾਕੀਆਂ ਟੂਕੀਆਂ ਵਿੱਚ ਦੀ ਦੇਖਦਾ ਵੀ ਕੱਲੋ ਕਿਤੇ ਨਹੀਂ ਆ ਰਹੀ ਹੁੰਦੀ। ਅਤੇ ਫਿਰ ਕੀ ਹੁੰਦਾ, ਜਦੋਂ ਬੱਸ ਅਜੇ ਤੁਰਨ ਵਿੱਚ ਕੁਛ ਕੁ ਹੀ ਸਮਾਂ ਹੁੰਦਾ, ਉਹ ਦੇਖਦਾ ਟਾਕੀ ਵਿੱਚ ਦੀ ਕੱਲੋ ਸਿਰ 'ਤੇ ਇੱਕ ਟੋਕਰੀ ਰੱਖੀ ਤੁਰੀ ਆ ਰਹੀ ਹੈ। ਅਤੇ ਲੇਖਕ ਸੋਚਦਾ ਕਿ ਲੱਗਦਾ ਤਾਂ ਕੱਲੋ ਹੀ ਆ, ਅਤੇ ਉਹ ਬੱਸ ਤੋਂ ਨੀਚੇ ਉਤਰਦਾ। ਅਤੇ ਫਿਰ ਕੀ ਹੁੰਦਾ, ਤਾਂ ਉਸ ਸਮੇਂ ਉਹ ਜਦੋਂ ਕੱਲੋ ਨੂੰ ਦੇਖਦਾ, ਕੱਲੋ ਨੂੰ ਮਿਲਣ ਦੀ ਉਡੀਕ ਕਰਦਾ, ਬੱਸ ਵਿੱਚ ਜਾ ਬੈਠਾ, ਤਾਂ ਉਸ ਸਮੇਂ ਉਹ ਉਸ ਦੀ ਪਤਨੀ ਲਈ ਜਿਹੜੀ ਉਹਦੇ ਸਿਰ ਦੇ ਉੱਪਰ ਟੋਕਰੀ ਹੈ ਬੇਟਾ, ਅੰਬਾਂ ਦੀ ਟੋਕਰੀ ਹੈ, ਟੋਕਰੀ ਲੈ ਕੇ ਪੁੱਜੀ ਅਤੇ ਨਾਲ ਹੀ ਕਹਿਣ ਲੱਗੀ ਕਿ ਉਸਨੇ ਅੰਬਾਂ ਨੂੰ ਛੂਹਿਆ ਨਹੀਂ। ਹੁਣ ਦੇਖੋ ਬੇਟਾ, ਛੂਹਿਆ ਨਹੀਂ, ਛੂਆ ਛਾਤ ਜਿਹੜਾ ਅਸੀਂ ਵਿਤਕਰਾ ਕਰਦੇ ਹਾਂ ਕਿ ਇਹ ਗੰਦਗੀ ਨਾਲੀ ਕੱਢਣ ਵਾਲੀ ਜਿਹੜੀ ਔਰਤ ਆ ਇਹ ਗੰਦੀ ਆ, ਮਤਲਬ ਇਹਦੇ 'ਚ ਹੱਥ ਕਿਸੇ ਚੀਜ਼ ਨੂੰ ਲੱਗ ਗਿਆ ਉਹ ਵੀ ਗੰਦੇ ਹੋ ਜਾਣਗੇ। ਸੋ ਜਿਹੜੇ ਵਿਅਕਤੀ ਐਸੀ ਸੋਚ ਰੱਖਦੇ ਨੇ ਬੇਟਾ, ਉਹਨਾਂ ਦੀ ਸੋਚ ਇਹ ਗੰਦੀ ਹੁੰਦੀ ਹੈ। ਉਹ ਵੀ ਇਨਸਾਨ ਨੇ, ਉਹ ਵੀ ਆਪਣਾ ਘਰ ਜਾ ਕੇ ਤੁਹਾਡੀ ਤਰ੍ਹਾਂ ਸਾਡੀ ਤਰ੍ਹਾਂ ਨਹਾਉਂਦੇ ਧੋਂਦੇ ਨੇ, ਰੋਟੀ ਬਣਾਉਂਦੇ ਨੇ, ਖਾਣਾ ਖਾਂਦੇ ਨੇ। ਸੋ ਜਿਹੜੀ ਘਿਰਨਾ ਹੁਣ ਕੱਲੋ ਨਾਲ ਸਾਰੇ ਮੁਹੱਲੇ ਵਾਲੇ ਘਿਰਨਾ ਕਰਦੇ ਨੇ, ਉਹਨੂੰ ਸਿਰਫ ਸਫਾਈ ਸੇਵਕਾ ਕੂੜਾ ਚੁੱਕਣ ਵਾਲੀ ਹੀ ਸਮਝਦੇ ਨੇ, ਪਿਆਰ ਨਾਲ ਉਹਨੂੰ ਕੋਈ ਟਰੀਟ ਨਹੀਂ ਕਰਦਾ, ਉਹਨੂੰ ਕੋਈ ਕੱਲੋ ਭੈਣ ਨਹੀਂ ਕਹਿੰਦਾ, ਉਹਨੂੰ ਸਿਰਫ ਗੰਦਗੀ ਚੱਕਣ ਵਾਲੀ ਔਰਤ ਹੀ ਸਮਝਿਆ ਜਾਂਦਾ। ਅਤੇ ਉਹ ਇਹ ਸ਼ਬਦ ਜ਼ਰੂਰ ਬੋਲਦੀ ਹੈ ਜਿਹੜੇ ਲੇਖਕ ਨੂੰ ਵਿਅੰਗ ਕਰਦੇ ਨੇ ਇੱਥੇ ਕਿ ਵੀਰੇ ਮੈਂ ਇਹ ਅੰਬਾਂ ਨੂੰ ਹੱਥ ਨਹੀਂ ਲਾਇਆ, ਮਤਲਬ ਇਹ ਭਿੱਟੇ ਨਹੀਂ ਗਏ, ਮੈਂ ਟੋਕਰੀ ਤੇਰੇ ਲਈ ਲੈ ਕੇ ਆਈ ਹਾਂ ਅੰਬਾਂ ਦੀ। ਲੇਖਕ ਨੇ ਟੋਕਰੀ ਖੁਸ਼ੀ ਖੁਸ਼ੀ ਉਸ ਤੋਂ ਲੈ ਲਈ, ਜਿਸ ਨਾਲ ਉਹ ਖਿੜ ਗਈ। ਉਹ ਬੜੀ ਖੁਸ਼ ਹੋਈ ਕਿ ਮੇਰੇ ਅੰਬ ਲੇਖਕ ਲੈ ਗਿਆ। ਉਹਨੂੰ ਲੱਗਿਆ ਸੀ ਵੀ ਕਿਤੇ ਮੈਂ ਸਫਾਈ ਸੇਵਕਾ ਮੇਰੇ ਅੰਬ ਲੇਖਕ ਨਾ ਹੀ ਲੈ ਕੇ ਜਾਵੇ। ਲੇਖਕ ਬੱਸ ਵਿੱਚ ਜਾ ਬੈਠਾ ਅਤੇ ਜਿਹੜੀ ਇਹ ਅੰਬਾਂ ਦੀ ਟੋਕਰੀ ਹੈ ਬੇਟਾ, ਉਹ ਕੱਲੋ ਨੇ ਲੇਖਕ ਨੂੰ ਕਿਹਾ ਕਿ ਇਹ ਤੇਰੀ ਪਤਨੀ ਲਈ ਨੇ ਅੰਬ। ਸੋ ਟੋਕਰੀ ਲੈ ਕੇ ਉਹ ਬੱਸ ਵਿੱਚ ਜਾ ਬੈਠਾ ਅਤੇ ਕੱਲੋ ਦੇ ਪਿਆਰ ਵਿੱਚ ਭਿੱਜੀ ਬੱਸ ਵੱਲ ਵੇਖ ਰਿਹਾ ਸੀ। ਹੁਣ ਉਹਨੂੰ ਸਾਰੀ ਬੱਸ 'ਚ ਕੱਲੋ ਦਾ ਪਿਆਰ ਨਜ਼ਰ ਆ ਰਿਹਾ ਸੀ। ਹੁਣ ਜਿਹੜੀ ਇਹ ਕਹਾਣੀ ਆ ਬੇਟਾ, ਇਹ ਇਕੱਲੀ ਇਹ ਨਹੀਂ ਕਿ ਕੱਲੋ ਦੀ ਕਹਾਣੀ ਦੇ ਵਿੱਚ ਵੀ ਇੱਥੇ ਇੱਕ ਸਿੱਖਿਆ ਅਤੇ ਵਿਅੰਗ ਆ ਕਿ ਜੋ ਲੋਕ ਤੁਹਾਡੇ ਮੁਹੱਲੇ 'ਚ ਗਲੀ 'ਚ ਕੋਈ ਸਫਾਈ ਕਰਨ ਆਉਂਦਾ, ਅਸੀਂ ਉਹਨਾਂ ਲੋਕਾਂ ਨੂੰ ਸਿਰਫ ਸਫਾਈ ਸੇਵਕ ਜਾਂ ਕੰਮ ਕਰਨ ਵਾਲੇ ਜਾਂ ਨੀਚ ਜਾਂ ਸ਼ੂਦਰ ਜਾਂ ਅਛੂਤ ਲੋਕ ਸਮਝਦੇ ਹਾਂ। ਪਰ ਲੇਖਕ ਨੇ ਕੱਲੋ ਨੂੰ ਇੱਕ ਸ਼ਬਦ ਭੈਣ ਕਿਹਾ ਅਤੇ ਉਹਦਾ ਮਨ ਪਸਿੱਜਿਆ ਗਿਆ ਕਿ ਉਹਨੂੰ ਲੱਗਿਆ ਕਿ ਇਹ ਜਿਹੜਾ ਲੇਖਕ ਆ ਮੈਨੂੰ ਭੈਣ ਸਮਝਦਾ। ਅਤੇ ਉਸ ਦੇ ਲੇਖਕ ਦੇ ਇੱਕ ਭੈਣ ਸ਼ਬਦ ਤੋਂ ਬਾਅਦ ਉਹਦੇ ਮਨ 'ਚ ਇੱਕ ਭਰਾ ਵਾਲਾ ਪਿਆਰ ਜਾਗ ਪਿਆ। ਕੱਲੋ ਦੀ ਪੂਰੀ ਨੇਚਰ ਚੇਂਜ ਹੋ ਗਈ। ਕੱਲੋ ਲੜਦੀ ਸੀ, ਮੁਹੱਲਿਆਂ ਵਾਲਿਆਂ ਨਾਲ ਲੜਦੀ ਸੀ, ਬੱਚਿਆਂ ਨਾਲ ਲੜਦੀ ਸੀ, ਅਤੇ ਜਦੋਂ ਉਹਨੂੰ ਪਤਾ ਲੱਗਿਆ ਕਿ ਲੇਖਕ ਉਰੇ ਕੁਛ ਲਿਖਣ ਆਇਆ ਅਤੇ ਉਹ ਮੁਹੱਲੇ ਦੇ ਲੋਕਾਂ ਨੂੰ ਵੀ ਚੁੱਪ ਕਰਵਾਉਣ ਲੱਗ ਪਈ। ਕੱਲੋ ਚੁੱਪਚਾਪ ਸ਼ਾਂਤ ਚਿੱਤ ਹੋ ਗਈ। ਅਤੇ ਇਹ ਜਿਹੜਾ ਬੇਟਾ ਰਿਸਪੈਕਟ ਆ ਜਾਂ ਕਿਸੇ ਪ੍ਰਤੀ ਜਿਹੜੇ ਸਾਡੇ ਸ਼ਾਬਦਿਕ ਉਚਾਰਨ ਆ, ਜਦੋਂ ਅਸੀਂ ਕਿਸੇ ਨੂੰ ਰਿਸਪੈਕਟ ਨਾਲ ਪਿਆਰ ਨਾਲ ਟਰੀਟ ਕਰਦੇ ਹਾਂ ਤਾਂ ਉਹਦੇ ਨਾਲ ਤੁਹਾਡਾ ਇੱਕ ਰਿਸ਼ਤਾ ਬਣਦਾ। ਹੁਣ ਲੇਖਕ ਦਾ ਕੱਲੋ ਨਾਲ ਇੱਕ ਭੈਣ ਭਰਾ ਦਾ ਜਿਹੜਾ ਰਿਸ਼ਤਾ ਇਸ ਕਹਾਣੀ ਦੇ ਅੰਤ ਵਿੱਚ ਬਣਦਾ। ਅਤੇ ਕੱਲੋ ਅੰਬਾਂ ਦੀ ਟੋਕਰੀ ਦਾ ਗਿਫਟ ਲੇਖਕ ਦੀ ਪਤਨੀ ਲਈ ਲੈ ਕੇ ਆਉਂਦੀ ਹੈ ਅਤੇ ਲੇਖਕ ਸੋਚਦਾ ਕਿ ਮੈਂ ਉੱਥੋਂ ਇੱਕ ਨਾਵਲ ਨਹੀਂ, ਇੱਕ ਰਿਸ਼ਤਾ, ਇੱਕ ਭੈਣ ਦਾ ਸਾਕ ਸੰਬੰਧ ਵੀ ਲੈ ਕੇ ਵਾਪਸ ਆਪਣੇ ਘਰ ਪਰਤ ਰਿਹਾ। ਸੋ ਇਹ ਸੀ ਬੇਟਾ ਕੱਲੋ ਕਹਾਣੀ, ਕੱਲੋ ਕੰਮ ਕਰਨ ਵਾਲੀ ਔਰਤ ਦੀ ਇੱਕ ਕਹਾਣੀ ਆ ਜਿਹੜੀ ਐਂਡ ਦੇ ਉੱਪਰ ਸਾਨੂੰ ਦੋ ਤਰ੍ਹਾਂ ਦੇ ਮੈਸੇਜ ਦਿੰਦੀ ਆ ਕਿ ਸਾਨੂੰ ਦੂਸਰਿਆਂ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ
ਤੇ ਲੇਖਕ ਨੂੰ ਵੀ ਲੱਗਿਆ ਕਿ ਜਿਹੜੇ ਤੁਹਾਡੇ ਸ਼ਬਦ ਨੇ ਉਹ ਕਿਵੇਂ ਸ਼ਬਦਾਂ ਦਾ ਜਾਦੂਗਰ ਦੂਸਰੇ ਬੰਦੇ ਦੀ ਨੇਚਰ ਤੱਕ ਬਦਲ ਦਿੰਦਾ ਹੈ। ਸੋ ਆਓ ਬੇਟਾ ਇਸ ਕਹਾਣੀ ਨਾਲ ਸੰਬੰਧਿਤ ਕੁਝ ਪ੍ਰਸ਼ਨ ਉੱਤਰ ਨੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਪਰ ਅੰਬਾਂ ਦੀ ਭੁੱਖ ਅੰਬਾਕੜੀਆਂ ਨਾਲ ਕਦੋਂ ਦੂਰ ਹੋ ਸਕਦੀ ਹੈ? ਲੇਖਕ ਨੇ ਅਜਿਹਾ ਕਿਉਂ ਸੋਚਿਆ? ਉੱਤਰ ਹੈ, ਲੇਖਕ ਪਹਿਲਾ ਨਾਵਲ ਲਿਖਣ ਲਈ ਕਈ ਸਾਲਾਂ ਤੋਂ ਧਰਮਸ਼ਾਲਾ ਦੀ ਰਮਣੀਕ ਥਾਂ ਮੈਕਲੌਡਗੰਜ ਵਿੱਚ ਜਾ ਕੇ ਲਿਖਦਾ ਸੀ, ਪਰ ਇਸ ਵਾਰ ਉਸਨੇ ਪੈਸੇ ਦੀ ਕਮੀ ਹੋਣ ਕਰਕੇ ਆਪਣਾ ਮਨ ਮਾਰ ਕੇ ਘਰ ਵਿੱਚ ਬੈਠ ਕੇ ਹੀ ਨਾਵਲ ਲਿਖਣਾ ਸ਼ੁਰੂ ਕਰ ਦਿੱਤਾ। ਪਰ ਗੱਲ ਨਾ ਬਣਦੀ ਦੇਖ ਉਸ ਦਾ ਦਿਲ ਧਰਮਸ਼ਾਲਾ ਜਾਣ ਲਈ ਹੀ ਕਾਹਲਾ ਪੈ ਰਿਹਾ ਸੀ, ਕਿਉਂਕਿ ਘਰ ਵਿੱਚ ਬੈਠ ਕੇ ਲਿਖਦਿਆਂ ਉਸ ਨੂੰ ਉਹ ਸਵਾਦ ਨਹੀਂ ਸੀ ਆਉਂਦਾ ਜੋ ਉੱਥੇ ਪਹਾੜਾਂ ਦੀ ਰਮਣੀਕ ਗੋਦੀ ਵਿੱਚ ਬਹਿ ਕੇ ਆਉਂਦਾ ਸੀ। ਉਸ ਲਈ ਲੇਖਕ ਨੇ ਇੰਝ ਸੋਚਿਆ ਕਿ ਅੰਬਾਂ ਦੀ ਭੁੱਖ ਅੰਬਾਕੜੀਆਂ ਨਾਲ ਨਹੀਂ ਰਹਿੰਦੀ। ਇਸ ਮੁਹਾਵਰੇ ਦਾ ਬੇਟਾ ਅਰਥ ਇਹ ਹੁੰਦਾ ਵੀ ਜਿਹੜੀ ਚੀਜ਼ ਅਸਲ ਵਿੱਚ ਹੁੰਦੀ ਆ, ਕਿਸੇ ਡੁਪਲੀਕੇਟ ਕਿਸੇ ਨਕਲੀ ਚੀਜ਼ ਨਾਲ ਉਹਦੀ ਭਰਪਾਈ ਨਹੀਂ ਹੁੰਦੀ। ਲੇਖਕ ਪਹਾੜਾਂ ਵਿੱਚ ਬੈਠ ਕੇ ਲਿਖਣਾ ਚਾਹੁੰਦਾ ਸੀ, ਉਹ ਕਹਿੰਦਾ ਵੀ ਉਹੋ ਜਿਹਾ ਮਾਹੌਲ ਮੈਨੂੰ ਘਰ ਵਿੱਚ ਨਹੀਂ ਮਿਲਦਾ। ਇੱਥੇ ਇਹਦਾ ਅਰਥ ਬਣਦਾ। ਅੱਗੇ ਹੈਗਾ ਬੇਟਾ 2 ਨੰਬਰ ਪ੍ਰਸ਼ਨ, ਲੇਖਕ ਨੂੰ ਆਪਣਾ ਨਾਵਲ ਲਿਖਣ ਸਮੇਂ ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ? ਉੱਤਰ ਹੈ, ਇੱਕ ਤਾਂ ਪੈਸੇ ਵੱਲੋਂ ਹੱਥ ਤੰਗ ਹੋਣ ਕਰਕੇ ਲੇਖਕ ਨੂੰ ਧਰਮਸ਼ਾਲਾ ਵਿੱਚ ਆਪਣੀ ਮਨਪਸੰਦ ਥਾਂ ਮੈਕਲੌਡਗੰਜ ਦੀ ਕਿਸੇ ਹੋਟਲ ਵਿੱਚ ਰਹਿਣ ਦੀ ਥਾਂ ਕਿਸੇ ਗੁੰਮਨਾਮ ਮੁਹੱਲੇ ਵਿੱਚ ਆਪਣੇ ਇੱਕ ਦੋਸਤ ਦੇ ਘਰ ਰੁਕਣਾ ਪਿਆ। ਹੁਣ ਲੇਖਕ ਨੂੰ ਵੱਡੀ ਤਾਂ ਇਹੀ ਸੀ ਬੇਟਾ, ਉਹ ਮੈਕਲੌਡਗੰਜ ਦੇ ਪਹਾੜੀ ਇਲਾਕਿਆਂ ਦੇ ਵਿੱਚ ਕਿਸੇ ਹੋਟਲ 'ਚ ਬੈਠ ਕੇ ਨਾਵਲ ਲਿਖਣਾ ਚਾਹੁੰਦਾ ਸੀ, ਪਰ ਉਹਦੀ ਥਾਂ ਇਹ ਔਕੜ ਆਈ ਕਿ ਉਹਨੂੰ ਆਪਣੇ ਕਿਸੇ ਦੋਸਤ ਦੇ ਇੱਕ ਗੁੰਮਨਾਮ ਮੁਹੱਲੇ ਵਿੱਚ ਬਣੇ ਮਕਾਨ ਵਿੱਚ ਬੈਠ ਕੇ ਇਹ ਜਿਹੜਾ ਆਪਣਾ ਨਾਵਲ ਲਿਖਣਾ ਪਿਆ। ਦੂਜਾ, ਜਿਸ ਮੁਹੱਲੇ ਵਿੱਚ ਉਹ ਰੁਕਿਆ ਉੱਥੋਂ ਦੀ ਸਫਾਈ ਸੇਵਿਕਾ ਬੜੀ ਗੁੱਸੇਖੋਰ ਅਤੇ ਝਗੜਾਲੂ ਸੁਭਾਅ ਵਾਲੀ ਸੀ। ਉਹ ਗਲੀ ਵਿੱਚ ਕਿਸੇ ਨਾ ਕਿਸੇ ਨਾਲ ਆਡਾ ਲਾਈ ਰੱਖਦੀ। ਹੁਣ ਦੂਸਰੀ ਘਟਨਾ ਘਟਦੀ ਹੈ, ਜਿਹੜੇ ਮੁਹੱਲੇ 'ਚ ਲੇਖਕ ਬੈਠ ਕੇ ਆਪਣੀ ਕਹਾਣੀ ਨਾਵਲ ਲਿਖ ਰਿਹਾ, ਉੱਥੋਂ ਦੀ ਸਫਾਈ ਸੇਵਿਕਾ ਕੱਲੋ ਉਹ ਬੜੀ ਲੜਾਕੂ ਆ, ਸਵੇਰੇ ਹੀ ਲੜਨਾ ਸ਼ੁਰੂ ਕਰ ਦਿੰਦੀ, 10-11 ਵਜੇ ਤੱਕ ਮੁਹੱਲੇ ਦੇ ਵਿੱਚ ਲੜਦੀ ਰਹਿੰਦੀ। ਅਤੇ ਇਹ ਚੀਜ਼ ਨੇ ਵੀ ਉਹਨੂੰ ਬੜੀ ਪਰੇਸ਼ਾਨੀ ਕੀਤੀ ਕਿ ਯਾਰ ਇੱਥੋਂ ਹੁਣ ਮੈਂ ਇਸ ਚੀਜ਼ ਤੋਂ ਕਿਵੇਂ ਨਿਜਾਤ ਪਾਵਾਂ। ਉਹ ਗਲੀ ਵਿੱਚ ਕਿਸੇ ਨਾ ਕਿਸੇ ਨਾਲ ਆਡਾ ਲਾਈ ਰੱਖਦੀ, ਮੁਹੱਲੇ ਦੇ ਲੋਕਾਂ ਦੀ ਇੱਕ ਗੱਲ ਬਦਲੇ ਉਹ 4 ਸੁਣਾਉਂਦੀ, ਜਿਸ ਰੌਲੇ ਰੱਪੇ ਕਾਰਨ ਲੇਖਕ ਨੂੰ ਨਾਵਲ ਲਿਖਣ ਵਿੱਚ ਮੁਸ਼ਕਿਲ ਆ ਰਹੀ ਸੀ। ਹੁਣ ਪਹਿਲੀ ਤਾਂ ਲੇਖਕ ਦੀ ਫਾਈਨੈਂਸ਼ੀਅਲੀ ਕੰਡੀਸ਼ਨ ਆ, ਦੂਸਰਾ ਉਹ ਵਿਚਾਰਾ ਉੱਥੋਂ ਐਡਜਸਟਮੈਂਟ ਕਰਕੇ ਮੈਕਲੌਡਗੰਜ ਦੇ ਕਿਸੇ ਮੁਹੱਲੇ ਦੇ ਵਿੱਚ ਰਹਿਣ ਗਿਆ, ਉੱਥੇ ਸਫਾਈ ਸੇਵਕਾ ਰੌਲਾ ਰੱਪਾ ਨੂੰ ਪਰੇਸ਼ਾਨ ਕਰ ਰਿਹਾ। ਪ੍ਰਸ਼ਨ ਨੰਬਰ 3, ਬੜੀ ਭੂਲ ਹੋਈ ਬਹਿਨ, ਮੁਆਫ ਕਰਨਾ। ਪਰਦੇਸੀ ਨੂੰ ਖਿਆਲ ਨਹੀਂ ਰਿਹਾ। ਲੇਖਕ ਦੇ ਇਹਨਾਂ ਸ਼ਬਦਾਂ ਦਾ ਕੱਲੋ ਦੇ ਵਿਹਾਰ 'ਤੇ ਕੀ ਅਸਰ ਪਿਆ? ਹੁਣੀ ਬੇਟਾ ਤੁਹਾਨੂੰ ਦੱਸ ਕੇ ਹਟਿਆ ਕਿ ਜਦੋਂ ਅੰਬ ਚੂਪ ਕੇ ਗਿਟਕਾਂ ਅਤੇ ਛਿੱਲੜ ਬਾਹਰ ਸੁੱਟ ਰਹੇ ਲੇਖਕ ਨੂੰ ਕੱਲੋ ਨੇ ਆ ਕੇ ਫਿਟਕਾਰ ਭਰੇ ਸ਼ਬਦ ਬੋਲੇ ਤਾਂ ਉਸਨੇ ਉਸ ਨੂੰ ਬਹਿਨ ਸ਼ਬਦ ਭਾਵ ਭੈਣ ਸ਼ਬਦ ਨਾਲ ਸੰਬੋਧਨ ਕਰਦਿਆਂ ਆਪਣੀ ਗਲਤੀ ਲਈ ਮੁਆਫੀ ਮੰਗੀ। ਹੁਣ ਮੁਹੱਲੇ 'ਚ ਕੋਈ ਬੰਦਾ ਨਹੀਂ ਸੀ ਜਿਹੜਾ ਲੇਖਕ ਤੋਂ ਸ਼ਿਵਾ ਹੋਵੇ ਕਿ ਜਿਹੜਾ ਆਪਣੀ ਗਲਤੀ ਮੰਨੇ, ਮੁਆਫੀ ਮੰਗੇ, ਅਤੇ ਉਹਨੇ ਲੇਖਕ ਨੇ ਮੁਆਫੀ ਮੰਗ ਲਈ। ਆਪਣੇ ਲਈ ਬਹਿਨ ਸ਼ਬਦ ਸੁਣਨ ਤੋਂ ਬਾਅਦ ਕੱਲੋ ਦੇ ਵਿਵਹਾਰ ਵਿੱਚ ਇੱਕਦਮ ਤਬਦੀਲੀ ਆ ਗਈ। ਉਹ ਕਿੱਥੇ ਉੱਚੀ ਬੋਲ ਰਹੀ ਸੀ, ਉਹਨੂੰ ਡਾਂਟ ਰਹੀ ਸੀ, ਜਦੋਂ ਉਹਨੇ ਭੈਣ ਕਹਿਤਾ ਅਤੇ ਕੱਲੋ ਉੱਥੇ ਹੀ ਇੱਕਦਮ ਪ੍ਰਭਾਵਿਤ ਹੋ ਗਈ ਉਹਨਾਂ ਸ਼ਬਦਾਂ ਤੋਂ। ਲੇਖਕ ਨੂੰ ਉਹਨੇ ਕੁਛ ਨਹੀਂ ਅੱਗੇ ਬੋਲਿਆ। ਉਹ ਲੇਖਕ ਦੇ ਪਿਆਰ ਨਾਲ ਭਰੇ ਸ਼ਬਦ ਨਾਲ ਇੱਕਦਮ ਪਿਘਲ ਕੇ ਮੋਮ ਹੋ ਗਈ। ਉਹ ਕਠੋਰ ਸੀ, ਜਦੋਂ ਉਹਨੇ ਭੈਣ ਕਹਿਤਾ ਵੀ ਭੈਣੇ ਗਲਤੀ ਹੋ ਗਈ ਮੇਰੇ ਤੋਂ, ਉਹ ਇੱਕਦਮ ਚੁੱਪ ਹੋ ਗਈ, ਕਿਉਂਕਿ ਜਿਹੜੇ ਮੁਹੱਲੇ ਵਾਲੇ ਸੀ ਉਹ ਨਾਲੇ ਗਲਤੀ ਕਰਦੇ ਸੀ ਨਾਲੇ ਉਹਨੂੰ ਗਾਲਾਂ ਕੱਢਦੇ ਸੀ। ਪਰ ਇੱਥੇ ਲੇਖਕ ਨੇ ਪੜ੍ਹੇ ਲਿਖਿਆਂ ਵਾਲੀ ਗੱਲ ਕੀਤੀ ਅਤੇ ਕਿਹਾ ਕਿ ਭੈਣੇ ਮੇਰੇ ਤੋਂ ਮਾਫੀ ਹੋ ਗਈ, ਪਰਦੇਸੀ ਬੰਦਾ, ਮੈਨੂੰ ਪਤਾ ਨਹੀਂ ਸੀ। ਲੇਖਕ ਆਪ ਆਪਣੀਆਂ ਖਾਧੀਆਂ ਹੋਈਆਂ ਗਿਟਕਾਂ ਚੁਗਣ ਲੱਗ ਪਿਆ ਅਤੇ ਇਹ ਗੱਲ ਨੇ ਹੀ ਕੱਲੋ ਦੇ ਵਿਵਹਾਰ ਨੂੰ ਬਦਲ ਦਿੱਤਾ ਕਿ ਇਹ ਬੰਦੇ ਨੇ ਮੇਰੇ ਤੋਂ ਮਾਫੀ ਵੀ ਮੰਗੀ ਆ, ਮੈਨੂੰ ਭੈਣ ਵੀ ਕਿਹਾ ਅਤੇ ਆਪਦਾ ਪਾਇਆ ਹੋਇਆ ਗੰਦ ਆਪ ਚੁਗਣ ਵੀ ਲੱਗ ਪਿਆ। ਅਤੇ ਇੱਕਦਮ ਉਹਦਾ ਸਾਰਾ ਵਿਵਹਾਰ ਆ ਜਿਹੜਾ ਕੱਲੋ ਦਾ ਲੇਖਕ ਪ੍ਰਤੀ ਅਤੇ ਉਹਦੀ ਨੇਚਰ ਉੱਥੇ ਜਾ ਕੇ ਬਦਲ ਜਾਂਦੀ ਹੈ। ਹੁਣ ਮੋਮ ਵਾਂਗ ਪਿਘਲ ਗਈ। ਉਸਨੇ ਲੇਖਕ ਨੂੰ ਗਿਟਕਾਂ ਅਤੇ ਛਿੱਲੜ ਇਕੱਠੇ ਕਰਨ ਤੋਂ ਹਟਾ ਕੇ ਇਹ ਕੰਮ ਆਪ ਕਰ ਦਿੱਤਾ।
ਤੇ ਨਾਲ ਹੀ ਬੂਹੇ ਦਾ ਅੱਗਾ ਵੀ ਸਾਫ਼ ਕਰ ਦਿੱਤਾ। ਅਗਲੇ ਦਿਨ ਉਸਨੇ ਸਭ ਤੋਂ ਪਹਿਲਾਂ ਲੇਖਕ ਦੇ ਘਰ ਦਾ ਅੱਗਾ ਸਾਫ਼ ਕੀਤਾ ਅਤੇ ਮੁਹੱਲੇ ਦੇ ਲੋਕਾਂ ਪ੍ਰਤੀ ਉਸ ਦਾ ਵਤੀਰਾ ਬਦਲ ਗਿਆ ਸੀ। ਹੁਣ ਕੱਲੋ ਦੀ ਨੇਚਰ ਚੇਂਜ ਹੋ ਗਈ ਇੰਨੇ ਕੁ ਸ਼ਬਦ ਸੁਣਨ ਨਾਲ, ਮਾਫੀ ਵਾਲਾ ਤੇ ਭੈਣ ਵਾਲਾ। ਅੱਗੇ ਹੈਗਾ 4 ਨੰਬਰ ਪ੍ਰਸ਼ਨ, ਲੇਖਕ ਦੇ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਕੱਲੋ ਦਾ ਸੁਭਾਅ ਕਿਹੋ ਜਿਹਾ ਸੀ? ਲੇਖਕ ਦੇ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਕੱਲੋ ਮੁਹੱਲੇ ਦੇ ਲੋਕਾਂ ਨਾਲ ਆਡਾ ਲਾਈ ਰੱਖਦੀ। ਆਡੇ ਤੋਂ ਭਾਵ ਹੁੰਦਾ ਲੜਾਈ ਝਗੜਾ ਕਰਦੀ। ਉਹ ਹਰ ਵੇਲੇ ਸੜੀ ਭੁੱਜੀ ਰਹਿੰਦੀ, ਮਤਲਬ ਚਿੜਚਿੜੀ ਨੇਚਰ ਹੁੰਦੀ ਉਹਦੀ, ਅਤੇ ਹਰ ਇੱਕ ਨਾਲ ਲੜਾਈ ਝਗੜਾ ਕਰਦੀ ਸੀ। ਇੱਦਾਂ ਦੀ ਨੇਚਰ ਸੀ ਇਹਦੀ, ਕੱਲੋ ਦੀ। ਸਫਾਈ ਦਾ ਕੰਮ ਵੀ ਵਧੀਆ ਢੰਗ ਨਾਲ ਨਹੀਂ ਕਰਦੀ ਸੀ। ਹੁਣ ਜਿਹਦੇ ਵੀ ਬਾਰ 'ਤੇ ਉਹਨੇ ਜਾਣਾ ਉਹਨਾਂ ਨਾਲ ਜੋ ਲੜਾਈ ਪੈ ਗਈ ਬੇਟਾ, ਉੱਥੇ ਸਫਾਈ ਦੇਖ ਲਓ ਕਿੰਨੀ ਕੁ ਵਧੀਆ ਕਰਕੇ ਆਊ। ਜ਼ਮੀਨ 'ਤੇ ਝਾੜੂ ਘੜੀਸਦੀ ਰਹਿੰਦੀ ਸੀ ਅਤੇ ਮੁਹੱਲੇ ਦੇ ਲੋਕਾਂ ਨੂੰ ਬੁਰਾ ਭਲਾ ਬੋਲਦੀ ਸੀ। ਝਾੜੂ ਉਹਦੇ ਜਿਵੇਂ ਮੰਨ ਲਓ ਡੰਡਾ ਪਾਇਆ ਹੋਣਾ ਝਾੜੂ ਦੇ ਵਿੱਚ, ਉਹਨੂੰ ਘੜੀਸਦੀ ਰਹਿੰਦੀ ਗਲੀ 'ਚ ਅਤੇ ਮੁਹੱਲੇ ਦੇ ਲੋਕਾਂ ਨੂੰ ਬੁਰਾ ਭਲਾ ਬੋਲਦੀ ਸੀ। ਬਦਲੇ ਵਿੱਚ ਮੁਹੱਲੇ ਦੀਆਂ ਔਰਤਾਂ ਵੀ ਉਸ ਨੂੰ ਬੋਲ ਕਬੋਲ ਬੋਲਦੀਆਂ, ਉਹ ਵੀ ਉਹਨੂੰ ਗਾਲਾਂ ਕੱਢਦੀਆਂ, ਪਰ ਉਹ ਕਿਸੇ ਦੀ ਪਰਵਾਹ ਨਹੀਂ ਕਰਦੀ ਸੀ ਅਤੇ ਕਿਸੇ ਦਾ ਕਹਿਣਾ ਵੀ ਨਹੀਂ ਮੰਨਦੀ ਸੀ। ਹੁਣ ਉਹਦੀ ਨੇਚਰ ਬੇਟਾ ਐਸੀ ਸੀ ਕਿਉਂਕਿ ਉਹਨੂੰ ਕੋਈ ਸਤਿਕਾਰ ਨਹੀਂ ਸੀ ਦਿੰਦਾ ਅਤੇ ਕੋਈ ਉਹਦੀ ਇੱਜ਼ਤ ਨਹੀਂ ਸੀ ਕਰਦਾ, ਉਹ ਵੀ ਕਿਸੇ ਨੂੰ ਸਤਿਕਾਰ ਨਹੀਂ ਸੀ ਦਿੰਦੀ ਅਤੇ ਕਿਸੇ ਦੀ ਇੱਜ਼ਤ ਨਹੀਂ ਕਰਦੀ ਸੀ। ਲੇਖਕ ਨੂੰ ਕੱਲੋ ਲਾਲਚੀ ਕਿਉਂ ਜਾਪੀ? ਹੁਣ ਜਦੋਂ ਲੇਖਕ ਨੂੰ ਪਤਾ ਹੀ ਨਹੀਂ ਸੀ ਵੀ ਇਹਦੀ ਨੇਚਰ ਕੀ ਹੈ, ਉਹਨੂੰ ਤਾਂ ਇਹ ਲੱਗਿਆ ਕਿ ਲਾਲਚੀ ਹੈ, ਪੈਸੇ ਪੂਸਿਆਂ ਮਾਰੀ ਲੜਦੀ ਹੋਊਗੀ, ਮੇਰੇ ਨਾਲ ਵੀ ਇੱਦਾਂ ਹੀ ਕਰ ਰਹੀ ਆ। ਕੀ ਹੋਇਆ, ਕਦੋਂ ਉਹਨੂੰ ਲਾਲਚੀ ਲੱਗੀ? ਜਦੋਂ ਲੇਖਕ ਨੇ ਉਸ ਨੂੰ ਕੀਤੇ ਕੰਮ ਦੀ ਮਜ਼ਦੂਰੀ ਲੈਣ ਲਈ ਖੜੀ ਸਮਝ ਕੇ, ਉਹਨੂੰ ਲੱਗਿਆ ਉਹ ਤਾਂ ਵੈਸੇ ਖੜੀ ਸੀ ਮੇਰਾ ਭਰਾ ਉਰੇ, ਸਮਝ ਕੇ ਉਸ ਵੱਲ ਆਨਾ ਸੁੱਟਿਆ, ਇੱਕ ਆਨਾ ਸੁੱਟਿਆ ਵੀ ਲੈ ਤੈਂ ਜਿਹੜਾ ਸਫਾਈ ਕਰੀ ਇਹਦਾ ਇੱਕ ਆਨਾ ਲੈ ਲਾ, ਤਾਂ ਉਸਨੇ ਉਹ ਨਾ ਚੁੱਕਿਆ ਅਤੇ ਲੇਖਕ ਵੱਲ ਤੱਕ ਕੇ ਆਪਣੀ ਨਜ਼ਰ ਪਰੇ ਹਟਾ ਲਈ। ਲੇਖਕ ਨੂੰ ਜਾਪਿਆ ਕਿ ਉਹ ਲਾਲਚੀ ਹੈ, ਵੀ ਹੋਰ ਪੈਸੇ ਮੰਗਦੀ ਹੈ ਅਤੇ ਉਹ ਹੋਰ ਪੈਸੇ ਚਾਹੁੰਦੀ ਹੈ। ਲੇਖਕ ਨੇ ਉਸ ਤੋਂ ਪਿੱਛਾ ਛੁਡਾਉਣ ਲਈ ਵੀ ਚੱਲ ਪਰਾਂ ਵਗ ਜੂ, ਇਹਨੂੰ ਹੋਰ ਦੇ ਦਿਓ ਪੈਸੇ, ਉਸ ਵੱਲ ਇੱਕ ਆਨਾ ਹੋਰ ਸੁੱਟਿਆ। ਹੁਣ 2 ਆਨੇ ਸੁੱਟਤੇ ਉੱਥੇ, ਪਰ ਉਸਨੇ ਲੈਣ ਤੋਂ ਇਨਕਾਰ ਕਰ ਦਿੱਤਾ, ਉਹਨੇ ਚੱਕੇ ਨਹੀਂ ਪੈਸੇ। ਇਹ ਦੇਖ ਕੇ ਲੇਖਕ ਨੂੰ ਯਕੀਨ ਹੋ ਗਿਆ ਕਿ ਉਹ ਪੱਕਾ ਲਾਲਚ ਕਰ ਰਹੀ ਹੈ, ਜਿਸ ਕਰਕੇ ਉਸਨੇ ਉਸ ਨੂੰ ਇੰਨੇ ਕੁ ਕੰਮ ਲਈ ਹੋਰ ਕਿੰਨੇ ਪੈਸੇ ਚਾਹੀਦੇ ਹਨ ਇਹ ਕਹਿ ਕੇ ਲਾਲਚੀ ਸੁਭਾਅ ਲਈ ਕੋਸਿਆ। ਉਹ ਕਹਿੰਦਾ ਮੈਂ ਤੈਨੂੰ 2 ਆਨੇ ਦੇ ਤੇ, ਤੂੰ ਮੇਰੀ ਨਾਲੀ ਕੱਢੀ ਆ, ਹੋਰ ਕਿੰਨੇ ਕੁ ਪੈਸੇ ਚਾਹੀਦੇ ਨੇ? ਅਤੇ ਲੇਖਕ ਦੇ ਮਨ ਦੇ ਵਿੱਚ ਇੱਥੇ ਸਵਾਲ ਆਉਂਦਾ ਕਿ ਇਹ ਲਾਲਚਣ ਹੈ। ਪਰ ਉਹਨੇ ਇੱਕ ਦਿਨ ਪਹਿਲਾਂ ਉਹਨੂੰ ਭੈਣ ਕਿਹਾ ਸੀ, ਉਹ ਕਿਸੇ ਦਾ ਘਰ ਸਾਫ਼ ਨਹੀਂ ਸੀ ਕਰਨ ਆਈ, ਉਹ ਆਪਣੇ ਭਰਾ ਦਾ ਘਰ ਸਾਫ਼ ਕਰਨ ਆਈ ਸੀ ਅਤੇ ਭਰਾ ਨੂੰ ਲੱਗਿਆ ਕਿ ਕਿਤੇ ਇਹ ਪੈਸਿਆਂ ਦੀ ਮਾਰੀ ਉਰੇ ਖੜੀ ਹੈ। ਪਰ ਇੱਥੇ ਬੇਟਾ ਇੱਕ ਘਟਨਾ ਘਟਦੀ ਹੁੰਦੀ ਹੈ, ਜਿਹੜੀ ਇੱਥੇ ਇਹ ਘਟਨਾ ਹੋਈ ਕਿ ਉਹਨੇ ਸਫਾਈ ਕਰਕੇ ਉੱਥੇ ਖੜੀ ਰਹੀ, ਲੇਖਕ ਨੇ ਇੱਕ ਆਨਾ ਸੁੱਟਿਆ, ਉਹਨੇ ਨਹੀਂ ਚੁੱਕਿਆ। ਫਿਰ ਲੇਖਕ ਨੂੰ ਲੱਗਿਆ ਕਿ ਸ਼ਾਇਦ ਨਹੀਂ ਇਹ ਰੌਲਾ ਪਾਊ, ਇੱਕ ਆਨਾ ਹੋਰ ਸੁੱਟ ਦਿਓ। ਜਿਹੜਾ ਸੁੱਟਣਾ ਇੱਥੇ ਤੁਸੀਂ ਸਮਝ ਲਓ ਬੇਟਾ, ਵੀ ਜੇ ਅਸੀਂ ਕਿਸੇ ਵੱਲ ਪੈਸੇ ਸੁੱਟਦੇ ਹਾਂ ਤਾਂ ਅਸੀਂ ਉਹਦੀ ਕਿੰਨੀ ਕੁ ਰਿਸਪੈਕਟ ਕਰਦੇ ਹਾਂ, ਮੁਹੱਲੇ ਵਾਲੇ ਲੋਕ ਕੱਲੋ ਪ੍ਰਤੀ ਕਿਹੋ ਜਿਹਾ ਰਵੱਈਆ ਰੱਖਦੇ ਹੋਣਗੇ। ਹੁਣ ਲੇਖਕ ਇਹ ਸੁੱਟਿਆ ਸ਼ਬਦ ਕਹਿ ਕੇ ਦੱਸਦਾ ਕਿ ਲੇਖਕ ਨੂੰ ਵੀ ਲੱਗਿਆ ਕਿ ਚੱਕ 2 ਆਨੇ ਭੱਜ ਜਾ, ਇੱਥੋਂ ਸਫਾਈ ਕਰਨ ਵਾਲੀ ਤਾਂ ਹੈਗੀ ਆ। ਪਰ ਇਹ ਕਹਾਣੀ ਜਿਉਂ-ਜਿਉਂ ਲੇਖਕ ਉਹਦੀ ਨੇਚਰ ਨੂੰ ਸਮਝਦਾ ਅਤੇ ਲੇਖਕ ਨੂੰ ਪਤਾ ਲੱਗਦਾ ਕਿ ਤਾਂ ਪਿਆਰ ਦੀ ਭੁੱਖੀ ਆ, ਭੋਲੀ ਭਾਲੀ ਕੁੜੀ ਆ, ਭੋਲੀ ਭਾਲੀ ਇਹ ਕੱਲੋ ਔਰਤ ਆ, ਇਹਨੂੰ ਤਾਂ ਪਿਆਰ ਦੀ ਲੋੜ ਆ, ਪੈਸਿਆਂ ਦੀ ਲੋੜ ਨਹੀਂ, ਇਹਨੂੰ ਸਤਿਕਾਰ ਦੀ ਲੋੜ ਆ, ਪੈਸਿਆਂ ਦੀ ਲੋੜ ਨਹੀਂ। ਸੋ ਇੱਥੇ ਬੇਟਾ ਉਹਨੂੰ ਇਹ ਘਟਨਾ ਜਦੋਂ ਘਟਦੀ ਆ, ਉਹ ਖੜੀ ਰਹਿੰਦੀ ਹੈ, ਪੈਸੇ ਨਹੀਂ ਚੁੱਕਦੀ, ਇਸ ਵਜ੍ਹਾ ਕਰਕੇ ਲੇਖਕ ਨੂੰ ਲੱਗਦਾ ਕਿ ਇਹ ਲਾਲਚਣ ਆ। ਬਟ ਲੇਖਕ ਨਾਲ ਗੱਲ ਕਰਦੀ ਕੱਲੋ ਚੁੱਪ ਕਿਉਂ ਹੋ ਗਈ ਸੀ? ਅੱਗੇ ਹੈ, ਲੇਖਕ ਨਾਲ ਗੱਲ ਕਰਦੀ ਆਪਣੇ 4 ਭੈਣ ਭਰਾ ਕੋਈ ਨਾ ਹੋਣ ਅਤੇ ਮਾਂ-ਬਾਪ ਦੇ ਹਾਲਾਤ ਬਾਰੇ ਗੱਲ ਕਰਦੀ ਕੱਲੋ ਚੁੱਪ ਹੋ ਗਈ, ਕਿਉਂਕਿ ਉਸਨੇ ਦੇਖਿਆ ਕਿ ਬਾਹਰ ਮੀਂਹ ਵੀ ਬੰਦ ਹੋ ਚੁੱਕਾ ਸੀ। ਹੁਣ ਜਿਸ ਦਿਨ ਮੀਂਹ ਪੈਂਦਾ ਉਹਦੇ ਲੇਖਕ ਉਹ ਤੋਂ ਸਾਰਾ ਕੁਝ ਪੁੱਛਦਾ, ਤੇਰੇ ਭੈਣ ਭਰਾ ਕੌਣ ਨੇ, ਕਿੱਥੋਂ ਦੀ ਰਹਿਣ ਵਾਲੀਆਂ, ਅਤੇ ਜਦੋਂ ਮੀਂਹ ਦੇਖਦੀ ਆ ਬਾਹਰ ਰੁਕ ਗਿਆ ਅਤੇ ਆਪਣੇ ਪਰਿਵਾਰ ਦੀ ਗੱਲ ਉਹ ਸ਼ੁਰੂ ਕਰੀ ਹੋਈ ਸੀ ਉਹਨੇ, ਅਤੇ ਉਹ ਦੇਖਦੀ ਆ ਸਾਰੇ ਮੁਹੱਲੇ ਦੀ ਸਫਾਈ ਕਰਨੀ ਬਾਕੀ ਰਹਿੰਦੀ ਆ, ਤਾਂ ਉਹ ਚੁੱਪ ਕਰ ਗਈ। ਚਲੋ ਵੀ ਹੁਣ ਮੈਂ ਕੀ ਦੱਸਾਂ, ਮੇਰੇ ਜਦੋਂ ਕੋਈ ਹੈ ਹੀ ਨਹੀਂ, ਅਤੇ ਮੁਹੱਲੇ ਵਿੱਚ ਉਸ ਦਾ ਕੰਮ ਵੀ ਬਹੁਤ ਪਿਆ ਸੀ। ਇਸ ਕਰਕੇ ਲੇਖਕ ਨਾਲ ਗੱਲ ਕਰਨੀ ਬੰਦ ਕਰਕੇ ਉਸਨੇ ਆਪਣਾ ਝਾੜੂ ਅਤੇ ਛਾਬਾ ਚੁੱਕਿਆ ਅਤੇ ਕੰਮ ਲਈ ਚਲੀ ਗਈ। ਹੁਣ ਉਹਦੇ ਬੇਟਾ ਪਰਿਵਾਰ ਵਿੱਚ ਕੋਈ ਹੈ ਹੀ ਨਹੀਂ ਸੀ, ਉਹਨੇ ਕੀ ਗੱਲ ਕਰਨੀ ਸੀ, ਅਤੇ ਉਹਨੇ ਦੇਖਿਆ ਮੇਰਾ ਇੰਨਾ ਕੰਮ ਪਿਆ, ਉਹਨੇ ਝਾੜੂ ਅਤੇ ਆਪਣੀ ਟੋਕਰੀ ਚੁੱਕੀ ਅਤੇ ਸਫਾਈ ਵਿੱਚ ਲੱਗ ਗਈ।
ਕੱਲੋ ਨੇ ਲੇਖਕ ਨੂੰ ਕਿਹੜੀ ਸੁਗਾਤ ਭੇਟ ਕੀਤੀ ਤੇ ਕਿਉਂ? ਹੁਣ ਇਹ ਲਾਸਟ ਦੇ ਵਿੱਚ ਆ ਜੋ ਟੋਕਰੀ ਸਿਰ ਤੇ ਚੁੱਕ ਕੇ ਉਹ ਲੈ ਕੇ ਆਉਂਦੀ ਹੈ। ਕੱਲੋ ਨੇ ਲੇਖਕ ਨੂੰ ਅੰਬਾਂ ਦੀ ਟੋਕਰੀ ਸੁਗਾਤ ਵਜੋਂ ਭੇਟ ਕੀਤੀ। ਉਹ ਇਹ ਅੰਬ ਲੇਖਕ ਦੀ ਪਤਨੀ ਲਈ ਭੇਜਣਾ ਚਾਹੁੰਦੀ ਸੀ। ਸੋ ਇਹ ਸਨ ਬੇਟਾ ਲੌਂਗ ਕੁਐਸਚਨ। ਆਓ ਵਸਤੂਨਿਸ਼ਟ ਜਿਹੜੇ ਪ੍ਰਸ਼ਨ ਨੇ ਉਹਨਾਂ ਬਾਰੇ ਵਿਚਾਰ ਕਰਦੇ ਹਾਂ। ਕੱਲੋ ਕਹਾਣੀ ਦਾ ਲੇਖਕ ਕੌਣ ਹੈ? ਹੁਣ ਕੱਲੋ ਕਹਾਣੀ ਨਾਨਕ ਸਿੰਘ ਹੋਰਾਂ ਦੀ ਲਿਖੀ ਹੋਈ ਹੈ। ਕੱਲੋ ਕਹਾਣੀ ਦੀ ਘਟਨਾ ਕਦੋਂ ਵਾਪਰੀ? ਜਦੋਂ ਅਸੀਂ ਕਹਾਣੀ ਸ਼ੁਰੂ ਕਰਦੇ ਹਾਂ ਉੱਪਰ ਹੀ ਬੇਟਾ ਡੇਟ ਪਾਈ ਹੋਈ ਆ 1936 1936। ਲੇਖਕ ਕਿਹੜਾ ਨਾਵਲ ਲਿਖਣ ਲਈ ਪਹਾੜ ਉੱਤੇ ਜਾਣਾ ਚਾਹੁੰਦਾ ਸੀ? ਕਾਗਤਾਂ ਦੀ ਵੇੜੀ। ਇਹ ਨਾਵਲ ਲਿਖਣ ਲਈ ਲੇਖਕ ਉੱਥੇ ਗਿਆ। ਲੇਖਕ ਕਾਗਤਾਂ ਦੀ ਵੇੜੀ ਨਾਵਲ ਲਿਖਣ ਲਈ ਕਿੱਥੇ ਪਹੁੰਚਾ? ਧਰਮਸ਼ਾਲਾ। ਅੱਗੇ ਕੱਲੋ ਮੁਹੱਲੇ ਵਿੱਚ ਕੀ ਕੰਮ ਕਰਦੀ ਸੀ? ਕੱਲੋ ਮੁਹੱਲੇ ਵਿੱਚ ਸਫਾਈ ਦਾ ਕੰਮ ਕਰਦੀ ਸੀ। ਕੱਲੋ ਕਿਹੋ ਜਿਹੇ ਸੁਭਾਅ ਦੀ ਮਾਲਕ ਸੀ? ਕੱਲੋ ਈਰਖਾ ਭਰੇ ਸੁਭਾਅ ਦੀ ਮਾਲਕ ਸੀ, ਈਰਖਾ ਭਰੇ ਸੁਭਾਅ ਵਾਲੀ ਸੀ। ਲੇਖਕ ਨੂੰ ਕੱਲੋ ਕਿਹੋ ਜਿਹੀ ਲੱਗਦੀ ਸੀ? ਉਹਨੂੰ ਮਨਹੂਸ ਲੱਗਦੀ ਸੀ। ਜਦੋਂ ਆ ਕੇ ਲੜਨਾ ਸ਼ੁਰੂ ਕਰ ਦਿੰਦੀ ਸੀ ਮੁਹੱਲੇ 'ਚ, ਉਦੋਂ, ਬਾਅਦ 'ਚ ਨਹੀਂ, ਬਾਅਦ 'ਚ ਤਾਂ ਉਹਨੂੰ ਭੈਣ ਜਾਪੀ ਉਹ। ਕੱਲੋ ਨੇ ਲੇਖਕ ਨੂੰ ਅੰਬਾਂ ਦੀਆਂ ਗਿਟਕਾਂ ਸੁੱਟਦਿਆਂ ਦੇਖ ਕੇ ਕੀ ਕੀਤਾ? ਉਸ ਨੂੰ ਫਿਟਕਾਰ ਪਾਈ। ਜਿਵੇਂ ਆਪਾਂ ਕਹਿੰਦੇ ਭਾਈ ਤੈਨੂੰ ਸ਼ਰਮ ਨਹੀਂ ਆਉਂਦੀ, ਬਾਹਰ ਗਲੀ 'ਚ ਮੁਹੱਲੇ 'ਚ ਗੰਦ ਪਾ ਰਿਹਾ, ਇੱਦਾਂ ਫਿਟਕਾਰ ਪਾਈ। ਉਹਨੂੰ ਜਦੋਂ ਅੰਬਾਂ ਦੀ ਗਿਟਕਾਂ ਬਾਹਰ ਸੁੱਟੀਆਂ ਤਾਂ ਉਹਨੇ ਉਹਨੂੰ ਫਿਟਕਾਰ ਪਾਈ। ਕੱਲੋ ਦੇ ਮੂੰਹੋਂ ਨਿਕਲੇ ਕਿਹੜੇ ਸ਼ਬਦ ਨੇ ਲੇਖਕ ਨੂੰ ਔਖਾ ਕੀਤਾ? ਦਾਦਾ। ਦਾਦਾ ਦਾ ਭਾਵ ਵੱਡਾ ਭਰਾ, ਵੱਡਾ ਵੀਰ। ਲੇਖਕ ਨੇ ਕਿਹੜੇ ਸ਼ਬਦ ਨੇ ਕੱਲੋ ਦਾ ਸੁਭਾਅ ਬਦਲ ਦਿੱਤਾ? ਬਹਿਨ, ਭੈਣ ਸ਼ਬਦ ਕਿਹਾ ਸੀ ਜਦੋਂ ਲੇਖਕ ਨੇ, ਭੈਣ ਸ਼ਬਦ ਵੀ ਕਿਹਾ ਸੀ ਤੇ ਮਾਫ, ਜਦੋਂ ਮਾਫੀ ਮੰਗੀ ਸੀ। ਇਹ ਦੋ ਸ਼ਬਦ ਅਸੀਂ ਇਹਦੇ ਵਿੱਚ ਐਡ ਕਰ ਸਕਦੇ ਹਾਂ। ਲੇਖਕ ਨੂੰ ਕੱਲੋ ਦੇ ਅੰਦਰ ਕਿਸ ਚੀਜ਼ ਦੀ ਭੁੱਖ ਮਹਿਸੂਸ ਹੋਈ? ਪਿਆਰ ਦੀ। ਉਹਨੂੰ ਲੱਗਿਆ ਕਿ ਵਿਚਾਰੀ ਪਿਆਰ ਦੀ ਭੁੱਖੀ ਆ, ਲੋਕ ਇਹਨੂੰ ਗਾਲੀ ਗਲੋਚ ਕਰਦੇ ਨੇ, ਇਹਦਾ ਸਤਿਕਾਰ ਨਹੀਂ ਕਰਦੇ। ਲੇਖਕ ਨੂੰ ਕੱਲੋ ਦੇ ਸੀਨੇ ਵਿੱਚ ਕਿਹੋ ਜਿਹਾ ਦਿਲ ਮੌਜੂਦ ਜਾਪਿਆ? ਕੋਮਲ ਅਤੇ ਨਿੱਘਾ। ਉਹਨੂੰ ਲੱਗਿਆ ਕਿ ਮੈਨੂੰ ਭੈਣ ਕਿਹਾ, ਦੇਖੋ ਵਿਚਾਰੀ ਮੇਰੇ ਘਰ ਦੀ ਸਫਾਈ ਕਰਦੀ ਆ, ਮੈਨੂੰ ਬੋਲਦੀ ਨਹੀਂ, ਹੁਣ ਮੁਹੱਲੇ ਦੇ ਵਿੱਚ ਕਿਸੇ ਨਾਲ ਲੜਦੀ ਨਹੀਂ, ਅਤੇ ਹੁਣ ਇਹ ਬੱਚਿਆਂ ਨੂੰ ਵੀ ਚੁੱਪ ਕਰਾਉਂਦੀ ਆ ਕਿ ਕਿੰਨਾ ਕੋਮਲ ਦਿਲ ਆ। ਬਟ ਲੋਕ ਇਹਨੂੰ ਸਿਰਫ ਸਫਾਈ ਸੇਵਕਾ ਹੀ ਸਮਝਦੇ ਹਨ। ਕੋਮਲ ਅਤੇ ਨਿੱਘਾ ਜਿਹੜਾ ਉਹਦਾ ਦਿਲ ਉਹਨੂੰ ਮਹਿਸੂਸ ਹੁੰਦਾ ਲੇਖਕ ਨੂੰ। ਲੇਖਕ ਨਾਲ ਸੰਪਰਕ ਵਿੱਚ ਆਉਣ ਤੋਂ ਬਾਅਦ ਕੱਲੋ ਦੇ ਸੁਭਾਅ ਵਿੱਚ ਕੀ ਤਬਦੀਲੀ ਆਈ? ਉਹ ਸ਼ਾਂਤ ਸੁਭਾਅ ਵਾਲੀ ਬਣ ਗਈ, ਹੁਣ ਉਹ ਲੜਦੀ ਨਹੀਂ ਕਿਸੇ ਨਾਲ। ਕੱਲੋ ਬੱਸ ਅੱਡੇ ਉੱਤੇ ਲੇਖਕ ਲਈ ਕੀ ਸੁਗਾਤ ਲੈ ਕੇ ਆਈ? ਅੰਬਾਂ ਦੀ ਟੋਕਰੀ। ਕੱਲੋ ਕਹਾਣੀ ਦਾ ਮੁੱਖ ਪਾਤਰ ਕੌਣ ਹੈ? ਕੱਲੋ। ਲੇਖਕ ਨੇ ਮਜ਼ਦੂਰੀ ਵਜੋਂ ਪਹਿਲਾਂ ਕੱਲੋ ਵੱਲ ਕਿੰਨੇ ਪੈਸੇ ਸੁੱਟੇ? 1 ਆਨਾ ਸੁੱਟਿਆ ਸੀ ਬੇਟਾ, ਬਾਅਦ ਵਿੱਚ 1 ਆਨਾ ਹੋਰ ਸੁੱਟਤਾ, 2 ਆਨੇ। ਸਭ ਤੋਂ ਪਹਿਲਾਂ ਜਿਹੜਾ ਪੈਸਾ ਸੁੱਟਿਆ ਸੀ ਉਹ ਸੀ 1 ਆਨਾ। ਕੱਲੋ ਨੇ ਅੰਬਾਂ ਦੀ ਟੋਕਰੀ ਲੇਖਕ ਨੂੰ ਕਿਸ ਵਾਸਤੇ ਦਿੱਤੀ? ਲੇਖਕ ਦੀ ਪਤਨੀ ਵਾਸਤੇ। ਸੋ ਬੇਟਾ ਇਹ ਸੀ ਤੁਹਾਡੀ ਕੱਲੋ ਕਹਾਣੀ। ਇਹ ਸਨ ਉਹਦੇ ਵਸਤੂਨਿਸ਼ਟ ਪ੍ਰਸ਼ਨ। ਇਹਦੇ ਵਿੱਚ ਟਰੂ ਫਾਲਸ, ਫਿਲਪਸ ਅਤੇ ਹੋਰ ਜੋ ਤੁਹਾਨੂੰ CBSE ਬੋਰਡ ਵੱਲੋਂ ਇੰਸਟਰਕਸ਼ਨ ਨੇ ਕਿ ਬਹੁਤ ਛੋਟੇ ਪ੍ਰਸ਼ਨਾਂ ਵਾਲੇ ਉੱਤਰ, ਮਿਲਾਨ ਵਾਲੇ ਪ੍ਰਸ਼ਨ ਉੱਤਰ, ਟਰੂ ਫਾਲਸ, ਫਿਲਪਸ, ਸ਼ੁੱਧ ਅਸ਼ੁੱਧ, ਇਹ ਤੁਸੀਂ ਬੇਟਾ ਇਸ ਕਹਾਣੀ ਨੂੰ ਵੀ ਪੜ੍ਹਨਾ, ਇਸ ਸਾਰ ਨੂੰ ਦੁਬਾਰਾ ਫੇਰ ਪੜ੍ਹਨਾ ਅਤੇ ਇਹਨਾਂ ਪ੍ਰਸ਼ਨਾਂ ਦੀ ਵੀ ਆਪਣੇ ਵੱਲੋਂ ਪ੍ਰੈਕਟਿਸ ਕਰਨੀ ਹੈ। ਸੋ 9th ਕਲਾਸ ਦੇ ਬੱਚਿਆਂ ਹੈਲਪ ਲਈ ਬੇਟਾ ਇਹ ਇੱਕ ਜਿਹੜੀ ਵੀਡੀਓ ਬਣਾਈ ਗਈ ਆ ਪ੍ਰਸ਼ਨ ਦੇ ਸੰਬੰਧ ਵਿੱਚ ਅਤੇ ਸਾਰ ਦੇ ਸੰਬੰਧ ਵਿੱਚ। ਸੋ ਉਮੀਦ ਕਰਦੇ ਹਾਂ ਇਸ ਕੱਲੋ ਕਹਾਣੀ ਨੂੰ ਤੁਸੀਂ ਸਮਝਿਆ ਹੋਵੇਗਾ ਅਤੇ ਇਸ ਕਹਾਣੀ ਨੂੰ ਹੋਰ ਇੰਟਰਸਟਿੰਗ ਢੰਗ ਨਾਲ ਪੜ੍ਹਨ ਲਈ ਇਸ ਕਹਾਣੀ ਦੀ ਜੋ ਪਾਠ ਪੁਸਤਕ ਹੈ ਉਹਦੇ ਵਿੱਚੋਂ ਇਸ ਕਹਾਣੀ ਨੂੰ ਤੁਸੀਂ ਨੇ ਪੜ੍ਹਨਾ। ਸੋ ਕੱਲੋ ਕਹਾਣੀ ਦੇ ਪ੍ਰਸ਼ਨ ਉੱਤਰਾਂ ਵਾਲੀ ਵੀਡੀਓ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਥੈਂਕ ਯੂ ਜੀ।